हाँ जी स्टूडेंट्स, सत श्री अकाल सारिਆਂ ਨੂੰ। लास्ट ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਆਰਗੇਨਾਈਜੇਸ਼ਨਲ ਸਟਰਕਚਰ। ਆਰਗੇਨਾਈਜੇਸ਼ਨਲ ਸਟਰਕਚਰ ਆਪਾਂ ਨੇ ਗੱਲ ਕੀਤੀ ਸੀਗੀ ਕਿ ਜਿਹੜੀ ਆਰਗੇਨਾਈਜ਼ਿੰਗ ਪ੍ਰੋਸੈਸ ਹੁੰਦੀ ਹੈ ਮੈਨੇਜਮੈਂਟ ਦੀ, ਆਪਾਂ ਨੇ ਅਲੱਗ-ਅਲੱਗ ਜਿਹੜੇ ਫੰਕਸ਼ਨਸ ਡਿਸਕਸ ਕੀਤੇ ਨੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਕਿ ਪਲੈਨਿੰਗ ਹੁੰਦਾ। ਪਲੈਨਿੰਗ ਸਾਰਾ ਬਿਜ਼ਨਸ ਜੋ ਵੀ ਹੈ ਉਸਨੂੰ ਆਪਾਂ ਕਿਵੇਂ ਪਲਾਨ ਕਰਨਾ ਹੈ, ਕਿਵੇਂ ਕੰਮ ਕਰਨਾ ਹੈਗਾ। ਉਸ ਤੋਂ ਬਾਅਦ ਸੈਕਿੰਡ ਸਟੈਪ ਹੁੰਦਾ ਆਰਗੇਨਾਈਜ਼ਿੰਗ ਪ੍ਰੋਸੈਸ। ਆਰਗੇਨਾਈਜ਼ਿੰਗ ਦੇ ਵਿੱਚ ਕੀ ਹੁੰਦਾ ਹੈਗਾ ਕਿ ਉਹ ਜੋ ਵੀ ਆਪਾਂ ਨੇ ਪਲੈਨਿੰਗ ਕੀਤੀ ਹੈ ਉਸਨੂੰ ਆਪਾਂ ਆਰਗੇਨਾਈਜ਼ ਕਰਦੇ ਹਾਂ, ਠੀਕ ਹੈ। ਤਾਂ ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਆਰਗੇਨਾਈਜੇਸ਼ਨਲ ਸਟਰਕਚਰ। ਆਰਗੇਨਾਈਜੇਸ਼ਨ ਸਟਰਕਚਰ ਕੀ ਹੁੰਦਾ? ਆਰਗੇਨਾਈਜ਼ਿੰਗ ਪ੍ਰੋਸੈਸ ਦੀ ਆਊਟਕਮ ਹੋਏਗੀ ਇਹ। ਆਊਟਕਮ ਦਾ ਮਤਲਬ ਕੀ ਹੈ? ਆਰਗੇਨਾਈਜ਼ਿੰਗ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਅਲੱਗ-ਅਲੱਗ ਆਪਣੇ ਪਰਸਨਸ ਨੇ, ਜਿਵੇਂ ਇੰਪਲੋਇਜ਼ ਨੇ, ਵਰਕਰਸ ਨੇ ਜਾਂ ਮੈਨੇਜਮੈਂਟ ਹੈ, ਉਹਨਾਂ ਨੂੰ ਕੀ ਹੈ ਕਿ ਉਹਨਾਂ ਦੀ ਰਿਸਪੋਂਸਿਬਿਲਿਟੀਜ਼, ਉਹਨਾਂ ਦੀਆਂ ਅਥਾਰਟੀਜ਼ ਅਸਾਈਨ ਕੀਤੀਆਂ ਜਾਂਦੀਆਂ। ਉਹਨਾਂ ਦਾ ਜੋ ਵੀ ਕੰਮ ਹੈ ਉਹਨਾਂ ਨੂੰ ਅਸਾਈਨ ਕੀਤਾ ਜਾਂਦਾ, ਠੀਕ ਹੈ। ਤਾਂ ਉਸ ਦੇ ਨਾਲ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਸੈਟਅਪ ਹੁੰਦੇ ਆ। ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਆਰਗੇਨਾਈਜੇਸ਼ਨ ਸਟਰਕਚਰ ਇਜ਼ ਦਾ ਐਸਟੈਬਲਿਸ਼ਮੈਂਟ ਆਫ ਰਿਲੇਸ਼ਨਸ਼ਿਪਸ ਬਿਟਵੀਨ ਸੁਪੀਰੀਅਰਸ ਐਂਡ ਸਬੋਰਡੀਨੇਟਸ। ਜੋ ਵੀ ਸੁਪਰਵਾਈਜ਼ਰਸ ਨੇ, ਸੁਪੀਰੀਅਰਸ ਨੇ, ਉਹਨਾਂ ਦੇ ਆਪਣੇ ਸਬੋਰਡੀਨੇਟਸ ਦੇ ਨਾਲ ਜਾਂ ਵਾਈਸ ਵਰਸਾ ਕੀ ਰਿਲੇਸ਼ਨਸ਼ਿਪਸ ਨੇ, ਉਹ ਜਿਹੜਾ ਰਿਲੇਸ਼ਨਸ਼ਿਪਸ ਦਾ ਸੈਟਅਪ ਹੈ ਉਸ ਨੂੰ ਆਪਾਂ ਬੋਲਦੇ ਹਾਂ ਆਰਗੇਨਾਈਜੇਸ਼ਨ ਸਟਰਕਚਰ, ਠੀਕ ਹੈ। ਇਸ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ ਇਟ ਸਪੈਸੀਫਾਈਜ਼ ਰਿਲੇਸ਼ਨਸ਼ਿਪਸ ਬਿਟਵੀਨ people, work and resources. people, subordinate and his senior, ਠੀਕ ਹੈ। subordinate ਤੇ senior ਦੇ ਜੋ ਵੀ ਰਿਲੇਸ਼ਨਸ਼ਿਪਸ ਨੇ, ਕੰਮ ਦੇ ਉਹਨਾਂ ਨਾਲ ਕੀ ਰਿਲੇਸ਼ਨਸ਼ਿਪਸ ਨੇ, ਕੀ ਰਿਸੋਰਸਿਸ ਉਹਨਾਂ ਨੂੰ ਐਲੋਕੇਟ ਹੋਏ ਨੇ, ਉਹਨਾਂ ਤਿੰਨਾਂ ਚੀਜ਼ਾਂ ਤੇ ਜਦੋਂ ਆਪਾਂ ਰਿਲੇਸ਼ਨਸ਼ਿਪਸ ਨੂੰ ਸਟੱਡੀ ਕਰਦੇ ਹਾਂ ਤਾਂ ਉਹ ਆ ਜਾਂਦਾ ਬਿਜ਼ਨਸ ਆਰਗੇਨਾਈਜੇਸ਼ਨ। ਨੈਕਸਟ ਇਸ ਦੇ ਵਿੱਚ ਕੀ ਹੈ? ਇਟ ਅਲਾਉਜ਼ ਕੋਰਿਲੇਸ਼ਨ ਐਂਡ ਕੋਆਰਡੀਨੇਸ਼ਨ ਅਮੰਗ ਹਿਊਮਨ, ਫਿਜ਼ੀਕਲ ਐਂਡ ਫਾਈਨੈਂਸ਼ੀਅਲ ਰਿਸੋਰਸਿਸ। ਹਿਊਮਨ ਪੀਪਲ ਦੀ ਆਪਾਂ ਨੇ ਗੱਲ ਕੀਤੀ ਕਿ ਪੀਪਲ ਦੇ ਰਿਲੇਸ਼ਨਸ਼ਿਪਸ ਆ ਜਾਂਦੇ ਨੇ। ਸੈਕਿੰਡ ਫਿਜ਼ੀਕਲ, ਠੀਕ ਹੈ, ਫਿਜ਼ੀਕਲ ਰਿਸੋਰਸਿਸ ਆ ਗਏ, ਔਰ ਫਾਈਨੈਂਸ਼ੀਅਲ ਰਿਸੋਰਸਿਸ ਨੇ ਜਿਹੜੇ ਉਹਨਾਂ ਨੂੰ ਆਪਾਂ ਕਵਰ ਕਰਦੇ ਹਾਂ। ਐਂਡ ਦਿਸ enables a business enterprise to accomplish desired goals। ਹੁਣ ਇਸ ਚੀਜ਼ ਦੇ ਨਾਲ ਕੀ ਹੋਊਗਾ? ਆਪਾਂ ਨੇ ਗੱਲ ਕੀਤੀ ਸੀ ਕਿ ਜਦੋਂ ਹਰ ਇੱਕ ਪਰਸਨ ਨੂੰ ਪਤਾ ਹੈ ਕਿ ਮੈਂ ਕੀ ਕੰਮ ਕਰਨਾ ਹੈ, ਠੀਕ ਹੈ, ਔਰ ਮੈਂ ਕਿਸ ਨੂੰ ਇੰਸਟਰਕਸ਼ਨਸ ਦੇਣੀਆਂ ਨੇ, ਕਿਸ ਨੂੰ ਕਮਾਂਡ ਦੇਣੀ ਹੈ, ਕਿਸ ਨੂੰ ਮੈਂ ਆਪਣਾ ਜਿਹੜਾ ਹੈਗਾ ਆਪਣਾ ਕੰਮ ਰਿਪੋਰਟ ਕਰਨਾ ਹੈਗਾ। ਜੇ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਔਰ ਮੈਨੂੰ ਕੀ ਕੀ ਰਿਸੋਰਸਿਸ ਅਵੇਲੇਬਲ ਨੇ, ਇਹ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਤਾਂ ਹਰ ਇੱਕ ਪਰਸਨ ਐਫੀਸ਼ੀਐਂਟਲੀ ਕੰਮ ਕਰ ਸਕਦਾ ਹੈ। ਔਰ ਜੇ ਹਰ ਇੱਕ ਪਰਸਨ ਐਫੀਸ਼ੀਐਂਟਲੀ ਕੰਮ ਕਰੂਗਾ ਤਾਂ ਉਹ ਆਰਗੇਨਾਈਜੇਸ਼ਨ ਦੇ ਜਿਹੜੇ ਡਿਜ਼ਾਇਰਡ ਗੋਲਸ ਨੇ ਉਹਨਾਂ ਨੂੰ ਅਚੀਵ ਕਰਨ ਦੇ ਵਿੱਚ ਹੈਲਪ ਕਰੂਗਾ, ਠੀਕ ਹੈ। ਤਾਂ ਇਹ ਜਿਹੜਾ ਹੈ ਆਰਗੇਨਾਈਜੇਸ਼ਨਲ ਸਟਰਕਚਰ। ਹੁਣ ਨੈਕਸਟ ਜੋ ਟੌਪਿਕ ਹੈ ਇਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਇਸ ਦੀਆਂ ਟਾਈਪਸ ਆਫ ਆਰਗੇਨਾਈਜੇਸ਼ਨਲ ਸਟਰਕਚਰਸ। ਟਾਈਪਸ ਨੇ ਜਿਹੜੀਆਂ ਅਲੱਗ-ਅਲੱਗ ਆਰਗੇਨਾਈਜੇਸ਼ਨ ਟੂ ਆਰਗੇਨਾਈਜੇਸ਼ਨ ਵੇਰੀ ਕਰਦੀਆਂ ਨੇ, ਠੀਕ ਹੈ। ਜਿਹੜਾ ਹੈਗਾ ਵੇਰੀ ਵਿਦ ਦ ਨੇਚਰ ਐਂਡ ਟਾਈਪਸ ਆਫ ਐਕਟੀਵਿਟੀਜ਼ ਪਰਫੋਰਮਡ ਬਾਈ ਦ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਕਿਸ ਤਰ੍ਹਾਂ ਦਾ ਬਿਜ਼ਨਸ ਕਰ ਰਹੀ ਹੈ, ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਪਰਫੋਰਮ ਕਰ ਰਹੀ ਹੈ, ਉਸ 'ਤੇ ਡਿਪੈਂਡ ਕਰਦਾ ਹੈ ਕਿ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦਾ ਸਟਰਕਚਰ ਅਡੋਪਟ ਕਰੇਗੀ, ਠੀਕ ਹੈ। ਤਾਂ ਇੱਥੇ ਜਿਹੜਾ ਹੈ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਦੋ ਤਰ੍ਹਾਂ ਦੀਆਂ ਕੈਟੇਗਰੀਜ਼ ਨੇ ਜਿਹੜੀਆਂ ਇੱਥੇ ਜੋ ਆਪਾਂ ਡਿਸਕਸ ਕਰਾਂਗੇ। ਵਨ ਇਜ਼ functional structure and second is divisional structure, ठीक है। ਤਾਂ ਇਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਫਰਸਟ ਇਜ਼ ਫੰਕਸ਼ਨਲ ਸਟਰਕਚਰ। ਫੰਕਸ਼ਨਲ ਸਟਰਕਚਰ ਦੇ ਵਿੱਚ ਕੀ ਕਹਿੰਦੇ ਆ? ਗਰੁੱਪਿੰਗ ਆਫ ਜੌਬਸ ਆਫ ਸਿਮਿਲਰ ਨੇਚਰ ਅੰਡਰ ਫੰਕਸ਼ਨਲ ਐਂਡ ਆਰਗੇਨਾਈਜ਼ਿੰਗ these major functions as separate departments create a functional structure। ਇਸ ਨੂੰ ਧਿਆਨ ਨਾਲ ਜੇ ਹੁਣ ਆਪਾਂ ਸਮਝੀਏ, grouping of jobs of similar nature, ਠੀਕ ਹੈ। ਆਪਾਂ ਨੇ ਕੀ ਕਰਨਾ ਹੈ? ਆਪਣੀ ਆਰਗੇਨਾਈਜੇਸ਼ਨ, ਆਪਣੇ ਬਿਜ਼ਨਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹਾਂ, ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਪਰਫੋਰਮ ਕਰ ਰਹੇ ਹਾਂ, ਉਹਨਾਂ ਦੀ ਜਿਹੜੇ ਸਿਮਿਲਰ ਨੇਚਰ ਦੀਆਂ ਐਕਟੀਵਿਟੀਜ਼ ਨੇ ਜਾਂ ਜਿਹੜੇ ਸਿਮਿਲਰ ਤਰ੍ਹਾਂ ਦੀਆਂ ਜੌਬਸ ਨੇ, ਸਿਮਿਲਰ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ, ਉਹਨਾਂ ਨੂੰ ਆਪਾਂ ਉਹਨਾਂ ਦੀ ਗਰੁੱਪਿੰਗ ਕਰ ਦਿੰਦੇ ਹਾਂ, ਠੀਕ ਹੈ। ਤਾਂ ਉਸ ਨੂੰ ਜਿਹੜਾ ਹੈਗਾ ਫੰਕਸ਼ਨਲ, ਤਾਂ ਉਹ ਜਿਹੜੇ ਗਰੁੱਪਸ ਹੋਣਗੇ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਸੈਪਰੇਟ ਡਿਪਾਰਟਮੈਂਟਸ ਨੇ ਉਹਨਾਂ ਦੀ ਤਰ੍ਹਾਂ ਜਿਹੜਾ ਹੈ ਤਿਆਰ ਕਰ ਲਾਂਗੇ, ਤਾਂ ਉਹ ਹੋ ਜਾਊਗਾ ਆਪਣੇ ਕੋਲ ਫੰਕਸ਼ਨਲ ਸਟਰਕਚਰ। ਇਸ ਦੇ ਵਿੱਚ ਕੀ ਹੈ? ਆਲ ਡਿਪਾਰਟਮੈਂਟਸ ਰਿਪੋਰਟ ਟੂ, ਸਾਰੇ ਜਿਹੜੇ ਡਿਪਾਰਟਮੈਂਟਸ ਨੇ ਉਹ ਕਿਹਨੂੰ ਰਿਪੋਰਟ ਕਰਨਗੇ? ਇੱਕ ਕੋਆਰਡੀਨੇਟਿੰਗ ਹੈਡ ਨੂੰ, ਠੀਕ ਹੈ। ਹੁਣ ਇਸ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਸਮਝਣ ਦੇ ਲਈ ਆਪਾਂ ਜਿਹੜਾ ਹੈ ਇਸ ਡਾਇਗਰਾਮ ਨੂੰ ਸਟੱਡੀ ਕਰਦੇ ਹਾਂ।
ਇਸ ਦੇ ਵਿੱਚ ਕੀ ਕਹਿੰਦੇ ਨੇ, ਇੱਕ ਕੋਆਰਡੀਨੇਟਿੰਗ ਹੈਡ ਹੈ ਜਿਹਨੂੰ ਆਪਾਂ ਮੈਨੇजिंग डायरेक्टर किया। ठीक है, मैनेजिंग डायरेक्टर ਕੀ ਹੋਊਗਾ, ਕੋਆਰਡੀਨੇਟਿੰਗ ਹੈਡ, ਜੋ ਸਾਰੇ ਡਿਪਾਰਟਮੈਂਟਸ ਨੂੰ ਸੁਪਰਵਾਈਜ਼ ਕਰੂਗਾ। ਠੀਕ ਹੈ, ਤਾਂ ਹੁਣ ਆਪਾਂ ਨੇ ਕਿਹਾ ਕਿ ਜਿਹੜੀਆਂ ਸਿਮਿਲਰ ਐਕਟੀਵਿਟੀਜ਼ ਨੇ ਉਹਨਾਂ ਦੀ ਆਪਾਂ ਗਰੁੱਪਿੰਗ ਕਰ ਲਾਂਗੇ। ਹੁਣ ਸਿਮਿਲਰ ਐਕਟੀਵਿਟੀਜ਼ ਜਿਵੇਂ ਹਿਊਮਨ ਰਿਸੋਰਸਿਸ ਨੇ, ਇੱਕ ਤਰ੍ਹਾਂ ਦੀ ਐਕਟੀਵਿਟੀ ਆ ਗਈ, ਮਾਰਕੀਟਿੰਗ ਇੱਕ ਤਰ੍ਹਾਂ ਦੀ ਐਕਟੀਵਿਟੀ ਆ ਗਈ, ਰਿਸਰਚ ਐਂਡ ਡਿਵੈਲਪਮੈਂਟ ਇੱਕ ਤਰ੍ਹਾਂ ਦੀ ਐਕਟੀਵਿਟੀ ਆ ਗਈ, ਪਰਚੇਜ਼ਿੰਗ ਇੱਕ ਤਰ੍ਹਾਂ ਦੀ ਐਕਟੀਵਿਟੀ ਆ ਗਈ। ਤਾਂ ਉਹਨਾਂ ਦੇ ਆਪਾਂ ਅਲੱਗ-ਅਲੱਗ ਡਿਪਾਰਟਮੈਂਟਸ ਬਣਾ ਲੈਣੇ। ਪਰਚੇਜ਼ਿੰਗ ਦੇ ਵਿੱਚ ਕੀ ਹੈ, ਆਪਾਂ ਨੇ ਰॉ ਮਟੀਰੀਅਲ ਪਰਚੇਜ਼ ਕਰਨਾ ਹੈ ਜਾਂ ਜੋ ਵੀ ਸਟਾਕ ਆਪਾਂ ਨੇ ਸੇਲ ਕਰਨਾ ਹੈ ਉਸ ਨੂੰ ਪਰਚੇਜ਼ ਕਰਨਾ ਹੈ। ਠੀਕ ਹੈ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਪ੍ਰੋਡਕਟਸ ਪ੍ਰੋਡਿਊਸ ਕਰ ਰਹੇ ਹਾਂ, ਉਹਨਾਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਸ, ਨਵੇਂ-ਨਵੇਂ ਫੀਚਰਸ ਲੈ ਕੇ ਆਉਣਾ, ਉਹਦੇ ਲਈ ਰਿਸਰਚ ਕਰਨੀ ਪਊਗੀ, ਰਿਸਰਚ ਐਂਡ ਡਿਵੈਲਪਮੈਂਟ ਡਿਪਾਰਟਮੈਂਟ ਆ ਗਿਆ। ਮਾਰਕੀਟਿੰਗ, ਪ੍ਰੋਡਕਟਸ ਆਪਾਂ ਨੇ ਪ੍ਰੋਡਿਊਸ ਕਰ ਲਏ ਨੇ, ਆਪਾਂ ਨੇ ਰॉ ਮਟੀਰੀਅਲ ਆਪਾਂ ਨੇ ਰਿਸਰਚ ਕੀਤੀ, ਠੀਕ ਹੈ, डिज़ाइन किया अपना प्रोडक्ट, रॉ मटीरीयल परचेज किया और परचेज करने तो बाद अपने उसकी प्रोडक्शन कर ली। हुण प्रोडक्ट प्रोड्यूस कर लिया, उसकी मार्केटिंग जरूरी है, मार्केटिंग नहीं करांगे, एडवरटीजमेंट नहीं करांगे तो अपना प्रोडक्ट सेल नहीं होगा, उसका एक अलग तो डिपार्टमेंट बना लिया। ह्यूमन रिसोर्सिस जिहड़ा हुंदा हैगा, देखो बिजनेस दे विच आपां अलग अलग रिसोर्सिस यूज़ करते हैं। ठीक है, अपने कोल मनी होगी, पैसा आपां नूं चाहीदा बिजनेस करन दे लई, मशीनस चाहिए ने, ठीक है, मैन पावर चाहिए है। मैन पावर की है, ह्यूमन बींग्स जो काम कर रहे हैं, तो जो मैन पावर है उसनों आप बोलते हैं ह्यूमन रिसोर्सिस। हुण ह्यूमन रिसोर्सिस का एक अलग डिपार्टमेंट बना लिया, जिमें इस दे विच की होगा कि ह्यूमन रिसोर्सिस नूं जिवें आपां नॉर्मली देखते हैं कि जॉब्स जिहड़ियां हुंदियां ने उन्हां दे विच की है, सब तो पहला एडवरटीजमेंट आउंदी है। ठीक है, उस दे विच आपां नूं अलग अलग वैकेंसीज बारे पता लगता है, फिर उस दे लई आपां अप्लाई करते हैं, फिर उस तो बाद टैसट हुंदा हैगा, फिर कोई इंटरव्यू हुंदी है, फिर सिलैक्शन हुंदी है। ठीक है, फिर तुहानूं जिहड़ा हैगा जॉब दे लई ट्रेनिंग दित्ती जाऊगी, कुछ ट्रेनिंग तो बाद जिहड़ा है तुहानूं ज्वाइन करवाया जाऊगा और उस तो बाद हो सकदा तुहाडी डिवैलपमेंट दे लई फर्दर कुछ ना कुछ एक्टिविटीज़ हुंदियां रहन, प्लस तुहानूं सैलरीज की देनी है, तुहानूं काम की करवाउणा है, वो सारा ह्यूमन रिसोर्सिस डिपार्टमेंट दे विच कवर हो जाता है। ठीक है, तो आपां ने की कीता, फंक्शनल ऑर्गेनाइजेशन दे विच आपां की कहने हैं कि ਜਿਹੜੇ ਅਲੱਗ-ਅਲੱਗ ਡਿਪਾਰਟਮੈਂਟਸ ਨੇ, ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀज़ ਨੇ, ਉਹਨਾਂ ਦੇ ਅਕੋਰਡਿੰਗਲੀ ਆਪਾਂ ਗਰੁੱਪਿੰਗ ਕਰ ਲੈਂਦੇ ਹਾਂ, ਤਾਂ ਉਹ ਅਲੱਗ-ਅਲੱਗ ਡਿਪਾਰਟਮੈਂਟਸ ਬਣ ਜਾਣਗੇ। ਠੀਕ ਹੈ, ਤਾਂ ਉਹਨਾਂ ਨੂੰ ਲੀਡ ਕੌਣ ਕਰੂਗਾ, ਮੈਨੇजिंग डायरेक्टर, मतलब कि ਕੋਆਰਡੀਨੇਟਿੰਗ ਹੈਡ। ਤਾਂ ਇਸ ਤਰ੍ਹਾਂ ਨਾਲ ਕੰਮ ਕਰਦੀ ਹੈ ਫੰਕਸ਼ਨਲ ऑर्गेनाइजेशन। ठीक है, ਤਾਂ ਇਸ ਦੇ ਵਿੱਚ ਨੈਕਸਟ ਜਿਹੜਾ ਹੈ ਆਪਾਂ ਡਿਸਕਸ ਕਰਦੇ ਹਾਂ ਐਡਵਾਂਟੇजेस। ਐਡਵਾਂਟੇजेस ਕੀ ਨੇ ਇਸ ਦੀਆਂ, ਦੇਖੋ ਜਦੋਂ ਵੀ ਕੋਈ ਚੀਜ਼ ਆਪਾਂ ਕੋਈ ਵੀ ਕਹਿ ਲਓ ਕਿ ਕੰਸੈਪਟ ਪੜ੍ਹਦੇ ਹਾਂ ਤਾਂ ਉਸਦੇ ਕੁਝ ਬੈਨੀਫਿਟਸ ਵੀ ਹੁੰਦੇ ਨੇ ਔਰ ਕੁਝ ਜਿਹੜੇ ਹੈਗੇ ਡਿਸਐਡਵਾਂਟੇजेस ਵੀ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਫੰਕਸ਼ਨਲ ਸਟਰਕਚਰ ਦੀ ਗੱਲ ਕਰਦੇ ਹਾਂ, ਇਸ ਦੇ ਕੀ ਬੈਨੀਫਿਟਸ ਕੀ ਨੇ ਆਪਾਂ ਨੂੰ। ਤਾਂ ਸਭ ਤੋਂ ਪਹਿਲਾਂ ਕਹਿੰਦੇ ਨੇ ਆਕੂਪੇਸ਼ਨਲ ਸਪੈਸ਼ਲਾਈਜੇਸ਼ਨ। ਜਦੋਂ ਵੀ ਫੰਕਸ਼ਨਲ ਸਟਰਕਚਰ ਨੂੰ ਆਪਾਂ ਫੋਲੋ ਕਰਾਂਗੇ ਤਾਂ ਉਸ ਦੇ ਨਾਲ ਕੀ ਹੋਊਗਾ ਕਿ ਆਪਣੇ ਅਲੱਗ-ਅਲੱਗ ਡਿਪਾਰਟਮੈਂਟਸ ਬਣਾਏ ਹੋਏ ਨੇ, ਇੱਕ ਪਰਸਨ ਹੈ ਉਸਨੂੰ ਆਪਣੇ ਡਿਪਾਰਟਮੈਂਟ ਦੇ ਵਿੱਚ, ਮੰਨ ਲਓ ਕਿ ਮੈਂ ਹਾਂ, ਮੈਨੂੰ ਹਿਊਮਨ ਰਿਸੋਰਸਿਸ ਦੇ ਵਿੱਚ ਕੰਮ ਕਰਨਾ ਆਉਂਦਾ ਹੈ ਜਾਂ ਅੱਛੇ ਤਰੀਕੇ ਨਾਲ ਕਰ ਸਕਦੀ ਹਾਂ ਮੈਂ, ਤਾਂ ਮੈਨੂੰ ਹਿਊਮਨ ਰਿਸੋਰਸਿਸ ਡਿਪਾਰਟਮੈਂਟ ਦੇ ਵਿੱਚ ਲਾਇਆ ਜਾਊਗਾ, ਤਾਂ ਮੈਂ ਉੱਥੇ ਕੰਮ ਕਰੂੰਗੀ। ਠੀਕ ਹੈ, ਤਾਂ ਉੱਥੇ ਜਿਹੜੀ ਹੈਗੀ ਹੈ ਮੇਰੀ ਕੰਮ ਕਰਦੇ ਕਰਦੇ ਸਪੈਸ਼ਲਾਈਜੇਸ਼ਨ ਹੈ ਜਿਹੜੀ ਉਹ ਬਣ ਜੂਗੀ, ਮੈਨੂੰ ਉੱਥੇ ਹੋਰ ਵੀ ਮੈਂ ਐਕਸਪਰਟ ਹੋ ਜੂੰਗੀ। ਠੀਕ ਹੈ, ਤਾਂ ਉੱਥੇ ਕੀ ਹੈ ਫੰਕਸ਼ਨਲ ਸਟਰਕਚਰ ਦੇ ਵਿੱਚ ਕਿ ਮੈਨੂੰ ਕਿਤੇ ਵੀ ਮਾਰਕੀਟਿੰਗ ਦੇ ਵਿੱਚ ਨਹੀਂ ਲਾਇਆ ਜਾਊਗਾ, ਮੈਂ HR ਦੇ ਵਿੱਚ, ਹਿਊਮਨ ਰਿਸੋਰਸਿਸ ਦੇ ਵਿੱਚ ਸਪੈਸ਼ਲਾਈਜ਼ ਹੋ ਜੂੰਗੀ। ਤਾਂ ਉਹਦੇ ਨਾਲ ਜਿੱਥੇ ਵੀ ਕਿਤੇ ਆਪਾਂ ਨੂੰ ਜ਼ਿਆਦਾ ਐਫੀਸ਼ੀਐਂਸੀ ਚਾਹੀਦੀ ਹੈ, ਜਦੋਂ ਵੀ ਆਪਾਂ ਨੂੰ ਮੰਨ ਲਓ ਆਪਣੇ ਕੋਲ 3 ਕੰਮ ਨੇ ਕਰਨ ਦੇ ਲਈ, ਇੱਕ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ, ਠੀਕ ਹੈ, ਜਦ ਤੁਹਾਡੇ ਸਬਜੈਕਟਸ ਦੀ ਗੱਲ ਕਰਦੇ ਹਾਂ, ਤੁਹਾਡਾ ਅਕਾਊਂਟਸ ਹੈ, ਬਿਜ਼ਨਸ ਸਟੱਡੀਜ਼ ਹੈ, ਇਕਨੋਮਿਕਸ ਹੈ। ਠੀਕ ਹੈ, ਤੁਹਾਨੂੰ ਮੰਨ ਲਓ ਬਿਜ਼ਨਸ ਸਟੱਡੀਜ਼ ਸਭ ਤੋਂ ਵਧੀਆ ਆਉਂਦਾ, ਇਕਨੋਮਿਕਸ ਸਭ ਤੋਂ ਮਾੜਾ ਆਉਂਦਾ, ਤਾਂ ਸਭ ਤੋਂ ਵੱਧ ਨੰਬਰ ਤੁਹਾਡੇ ਕੀ 'ਚੋਂ ਆਉਣੇ ਚਾਹੀਦੇ ਨੇ, ਜਿਹੜਾ ਹੈ ਬਿਜ਼ਨਸ ਸਟੱਡੀਜ਼ ਦਾ, ਫਿਰ ਅਕਾਊਂਟਸ 'ਚੋਂ ਉਸ ਤੋਂ ਘੱਟ ਹੋਣਗੇ ਔਰ ਇਕਨੋਮਿਕਸ ਦੇ ਵਿੱਚ ਉਸ ਤੋਂ ਘੱਟ ਹੋਣਗੇ ਥੋੜ੍ਹੇ। ਠੀਕ ਹੈ, ਤਾਂ ਇਸੇ ਤਰ੍ਹਾਂ ਨਾਲ ਸਪੈਸ਼ਲਾਈਜੇਸ਼ਨ, ਜਦੋਂ ਵੀ ਆਪਾਂ ਨੇ ਐਫੀਸ਼ੀਐਂਟਲੀ ਕੰਮ ਕਰਨਾ ਤਾਂ ਸਪੈਸ਼ਲਾਈਜੇਸ਼ਨ ਜ਼ਰੂਰੀ ਹੈ, ਜੋ ਆਪਾਂ ਨੂੰ ਫੰਕਸ਼ਨਲ ਸਟਰਕਚਰ ਪ੍ਰੋਵਾਈਡ ਕਰਦਾ। ਠੀਕ ਹੈ, ਸੈਕਿੰਡ ਇਜ਼ ਜਿਹੜਾ ਫੰਕਸ਼ਨਲ ਸਟਰਕਚਰ ਹੈ ਇਹ ਆਪਾਂ ਨੂੰ ਕੰਟਰੋਲ ਐਂਡ ਕੋਆਰਡੀਨੇਸ਼ਨ ਵਿਦਿਨ ਅ ਡਿਪਾਰਟਮੈਂਟ ਪ੍ਰੋਵਾਈਡ ਕਰਦਾ। ਇੱਕੋ ਇੱਕ ਡਿਪਾਰਟਮੈਂਟ ਦੇ ਵਿੱਚ, ਜਿਹੜੇ ਡਿਪਾਰਟਮੈਂਟ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਉਸੇ ਦੇ ਵਿੱਚ ਆਪਾਂ ਐਕਟੀਵਿਟੀਜ਼ ਨੂੰ ਕੰਟਰੋਲ ਕਰ ਸਕਦੇ ਹਾਂ ਐਂਡ ਕੋਆਰਡੀਨੇਟ ਕਰ ਸਕਦੇ ਹੈਗੇ। ਠੀਕ ਹੈ, ਇਸ ਵਿੱਚ ਇਹ ਨਹੀਂ ਹੈ ਕਿ ਆਪਾਂ ਨੂੰ ਪੂਰੀ ਆਰਗੇਨਾਈਜੇਸ਼ਨ ਨੂੰ ਕਵਰ ਕਰਨਾ ਪਊਗਾ, ਵਿਦਿਨ ਅ ਡਿਪਾਰਟਮੈਂਟ ਆਪਾਂ ਕੰਮ ਕਰਾਂਗੇ ਜਿਹੜਾ ਸੌਖਾ ਹੋ ਜਾਊਗਾ। ਜਿਵੇਂ ਹੁਣ ਗੱਲ ਕਰੀਏ ਕਿ
ਇੱਕ ਤੁਹਾਡੀ ਜਿਹੜੀ ਹੈ ਕਲਾਸ ਹੈ, ਠੀਕ ਹੈ। ਕਲਾਸ ਦੇ ਵਿੱਚ ਮੰਨ ਲਓ ਤੁਸੀਂ ਇੱਕ ਸਾਈਡ ਤੇ ਹੈਗੇ ਹੋ 30 ਸਟੂਡੈਂਟਸ, ਇੱਕ ਸਾਈਡ ਤੇ ਤੁਸੀਂ ਹੈਗੇ ਹੋ 200 ਸਟੂਡੈਂਟਸ, ਠੀਕ ਹੈ। ਤਾਂ ਕਿਹਨੂੰ ਪੜ੍ਹਾਉਣਾ ਜ਼ਿਆਦਾ ਸੌਖਾ ਹੋਊਗਾ? ਜਿਹੜੇ 30 ਸਟੂਡੈਂਟਸ ਬੈਠੇ ਨੇ ਉਹਨਾਂ ਨੂੰ ਪੜ੍ਹਾਉਣਾ ਜ਼ਿਆਦਾ ਈਜ਼ੀ ਹੈ, ਉਹਨਾਂ ਦੀਆਂ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਕਵਰ ਕੀਤੀਆਂ ਜਾਣਗੀਆਂ। ਤਾਂ ਫੰਕਸ਼ਨਲ ਸਟਰਕਚਰ ਵੀ ਕੀ ਕਹਿੰਦਾ ਹੈ ਕਿ ਵਿਦਿਨ ਅ ਡਿਪਾਰਟਮੈਂਟ ਉਸ ਨੂੰ ਕੰਟਰੋਲ ਕਰਨਾ ਪਊਗਾ, ਕੋਆਰਡੀਨੇਟ ਕਰਨਾ ਪਊਗਾ, ਜਿਹਦੇ ਨਾਲ ਐਫੀਸ਼ੀਐਂਸੀ ਇੰਪਰੂਵ ਹੋਊਗੀ। Next one is it helps in increasing managerial and operational efficiency. Managerial and operational efficiency increase ਹੋगी, ਜਿਹਦੇ ਨਾਲ profit ਹੈ ਜਿਹੜਾ increase ਹੋਊਗਾ। ਹੁਣ managerial and operational efficiency ਕਿਵੇਂ ਹੋਊਗੀ? ਲਾਸਟ ਦੋ ਪੁਆਇੰਟਸ ਨੂੰ ਆਪਾਂ ਫੇਰ ਕਵਰ ਕਰਦੇ ਹਾਂ। ਪਹਿਲੇ ਪੁਆਇੰਟ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ। ਸਪੈਸ਼ਲਾਈਜੇਸ਼ਨ ਆ ਜਾਂਦੀ ਹੈ ਤਾਂ ਕੰਮ ਕਰਨ ਵਾਲਾ ਬੰਦਾ ਸਹੀ ਤਰੀਕੇ ਨਾਲ ਐਫੀਸ਼ੀਐਂਟਲੀ ਕੰਮ ਕਰੂਗਾ, ਤਾਂ ਆਪਰੇਸ਼ਨਲ ਐਫੀਸ਼ੀਐਂਸੀ, ਠੀਕ ਹੈ। ਸੈਕਿੰਡ ਪੁਆਇੰਟ ਦੇ ਵਿੱਚ ਆਪਾਂ ਗੱਲ ਕੀਤੀ ਕਿ ਵਿਦਿਨ ਅ ਡਿਪਾਰਟਮੈਂਟ ਕੰਟਰੋਲ ਕਰਨਾ, ਤਾਂ ਉਹਦੇ ਨਾਲ ਈਜ਼ੀ ਹੋ ਜਾਂਦਾ, ਤਾਂ ਉਹਦੇ ਨਾਲ ਜਿਹੜੀ ਮੈਨੇਜੀਰੀਅਲ ਐਫੀਸ਼ੀਐਂਸੀ ਹੈ ਉਹ ਇਨਕਰੀਜ਼ ਹੋਊਗੀ, ਠੀਕ ਹੈ। ਤਾਂ ਜਦੋਂ ਦੋਨੋਂ ਤਰ੍ਹਾਂ ਦੀ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਹੈ ਤਾਂ ਉਹ ਆਪਣੇ ਪ੍ਰੋਫਿਟਸ ਦੇ ਵਿੱਚ ਆਪਾਂ ਨੂੰ ਹੈਲਪ ਕਰੂਗੀ ਇਨਕਰੀਜ਼ ਕਰਨ ਦੇ ਵਿੱਚ। ਨੈਕਸਟ ਜਿਹੜਾ ਹੈ ਆਪਾਂ ਡਿਸਕਸ ਕਰਦੇ ਹਾਂ ਇਸ ਦੇ ਵਿੱਚ ਮਿਨੀਮਲ ਡੁਪਲੀਕੇਸ਼ਨ। ਮਿਨੀਮਲ ਡੁਪਲੀਕੇਸ਼ਨ ਹੁਣ ਇਸ ਦੇ ਵਿੱਚ ਕੀ ਹੈ ਕਿ ਆਪਣੇ ਕੋਲੇ ਹਰ ਇੱਕ ਡਿਪਾਰਟਮੈਂਟ ਅਲੱਗ-ਅਲੱਗ ਬਣਿਆ ਹੋਇਆ, ਡਿਪਾਰਟਮੈਂਟ ਅਲੱਗ-ਅਲੱਗ ਬਣਿਆ ਹੋਇਆ, ਤਾਂ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਦੀ ਡੁਪਲੀਕੇਸ਼ਨ ਨਹੀਂ ਹੁੰਦੀ। ਜੋ ਹਿਊਮਨ ਰਿਸੋਰਸਿਸ ਦੇ ਵਿੱਚ ਕੰਮ ਕਰ ਰਿਹਾ ਉੱਥੇ ਸਾਰਾ ਕੰਮ ਹਿਊਮਨ ਰਿਸੋਰਸਿਸ ਦਾ ਹੋਣਾ ਹੈਗਾ, ਮਾਰਕੀਟਿੰਗ ਦਾ ਕੋਈ ਵੀ ਕੰਮ ਨਹੀਂ ਆਉਣਾ, ਠੀਕ ਹੈ। ਮਾਰਕੀਟਿੰਗ ਦੇ ਵਿੱਚ ਪਰਚੇਜ਼ਿੰਗ ਦਾ ਕੋਈ ਕੰਮ ਨਹੀਂ ਆਉਣਾ, ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਡੁਪਲੀਕੇਸ਼ਨ ਨਹੀਂ ਹੁੰਦੀ। ਦੋ ਬੰਦੇ ਇੱਕੋ ਕੰਮ ਨਹੀਂ ਕਰ ਰਹੇ, ਤਾਂ ਇਹਦੇ ਨਾਲ ਆਪਣੀਆਂ ਇਕੋਨਮੀਜ਼ ਨੇ ਜਿਹੜੀਆਂ ਉਹ ਇਨਕਰੀਜ਼ ਹੋਣਗੀਆਂ, ਕਾਸਟ ਘਟੂਗੀ, ਠੀਕ ਹੈ। ਨੈਕਸਟ ਇਜ਼ ਟ੍ਰੇਨਿੰਗ ਆਫ ਇੰਪਲੋਇਜ਼ ਈਜ਼ੀਅਰ। ਜਿਹੜੇ ਇੰਪਲੋਇਜ਼ ਆਪਾਂ ਆਲਰੇਡੀ ਮੈਂ ਹਿਊਮਨ ਰਿਸੋਰਸਿਸ ਦਾ ਤੁਹਾਨੂੰ ਦੱਸ ਕੇ ਹਟੀ ਹਾਂ, ਤਾਂ ਉੱਥੇ ਕੀ ਹੁੰਦਾ ਹੈ ਕਿ ਇੰਪਲੋਇਜ਼ ਨੂੰ ਜਿਹੜਾ ਹੈ ਸਿਲੈਕਟ ਕਰਨ ਤੋਂ ਬਾਅਦ ਟ੍ਰੇਨਿੰਗ ਦੇਣੀ ਪੈਂਦੀ ਹੈ ਕੰਮ ਕਰਨ ਦੇ ਲਈ ਕਿ ਤੁਸੀਂ ਕੀ ਕੰਮ ਕਰਨਾ, ਕਿਵੇਂ ਕੰਮ ਕਰਨਾ। ਤਾਂ ਉਹ ਜਿਹੜਾ ਸਾਰਾ ਹੈਗਾ ਇਸ ਦੇ ਵਿੱਚ ਆਪਾਂ ਨੂੰ ਈਜ਼ੀ ਹੋ ਜਾਂਦਾ ਹੈ। ਕਿਉਂ ਈਜ਼ੀ ਹੋ ਜਾਂਦਾ ਹੈ? ਕਿਉਂਕਿ ਜਿਵੇਂ ਆਪਾਂ ਪਹਿਲਾਂ ਸਪੈਸ਼ਲਾਈਜੇਸ਼ਨ ਦੀ ਜਾਂ ਡਿਪਾਰਟਮੈਂਟ ਦੀ ਗੱਲ ਕੀਤੀ, ਤਾਂ ਲਿਮਟਡ ਰੇਂਜ ਆਫ ਸਕਿੱਲਸ ਨੇ ਜਿਹੜੀਆਂ ਉਹਨਾਂ ਨੂੰ ਕਵਰ ਕਰਨੀਆਂ ਪੈਂਦੀਆਂ ਨੇ। ਜਿਵੇਂ ਮੰਨ ਲਓ ਕੋਈ ਇੰਪਲੋਈ ਹਿਊਮਨ ਰਿਸੋਰਸਿਸ ਦੇ ਵਿੱਚ ਕੰਮ ਕਰ ਰਿਹਾ, ਤਾਂ ਉਸਨੂੰ ਹਿਊਮਨ ਰਿਸੋਰਸਿਸ ਦੀਆਂ ਸਕਿੱਲਸ ਹੀ ਸਿਖਾਉਣੀਆਂ ਪੈਣਗੀਆਂ, ਉਹਨੂੰ ਮਾਰਕੀਟਿੰਗ ਦਾ ਕੰਮ ਨਹੀਂ ਸਿਖਾਉਣਾ ਪਊਗਾ, ਪਰਚੇਜ਼ਿੰਗ ਦਾ ਕੰਮ ਨਹੀਂ ਸਿਖਾਉਣਾ ਪਊਗਾ, ਠੀਕ ਹੈ। ਤਾਂ ਇਸ ਨਾਲ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਈਜ਼ੀ ਹੋ ਜਾਂਦੀ ਹੈ। ਨੈਕਸਟ ਵਨ ਇਜ਼ it ensures that different functions get due attention. ਅਲੱਗ-ਅਲੱਗ ਫੰਕਸ਼ਨਸ ਨੇ, ਜਦੋਂ ਇੱਕ ਬੰਦੇ ਨੂੰ ਆਪਾਂ ਨੇ ਇੱਕੋ ਹੀ ਕੰਮ ਦਿੱਤਾ ਤਾਂ ਉਹ ਉਸ ਕੰਮ ਵੱਲ ਚੰਗੀ ਤਰੀਕੇ ਨਾਲ ਧਿਆਨ ਦੇ ਸਕਦਾ। ਬਟ ਜੇ ਆਪਾਂ ਇੱਕੋ ਪਰਸਨ ਨੂੰ 2-3 ਕੰਮ ਦਿੱਤੇ ਨੇ, ਠੀਕ ਹੈ, ਤਾਂ ਉਹ ਇੱਕ ਟਾਈਮ ਤੇ ਇੱਕ ਵੱਲ ਭੱਜੂਗਾ, ਦੂਸਰੇ ਟਾਈਮ ਤੇ ਦੂਸਰੇ ਕੰਮ ਵੱਲ ਭੱਜੂਗਾ, ਤਾਂ ਡਿਊ ਅਟੈਂਸ਼ਨ ਉਹ ਪ੍ਰੋਵਾਈਡ ਨਹੀਂ ਕਰ ਸਕੂਗਾ। ਹੁਣ ਜਦੋਂ ਇੱਕ ਬੰਦੇ ਨੂੰ ਕਹਿਤਾ ਕਿ ਤੂੰ ਸਿਰਫ ਮਾਰਕੀਟਿੰਗ ਤੇ ਫੋਕਸ ਕਰਨਾ ਹੈ, ਤਾਂ ਉਹ ਡਿਊ ਅਟੈਂਸ਼ਨ ਪ੍ਰੋਵਾਈਡ ਕਰ ਸਕਦਾ ਹੈ, ਅੱਛੇ ਤਰੀਕੇ ਨਾਲ ਉਸ ਕੰਮ ਨੂੰ ਕਰ ਸਕਦਾ। ਤਾਂ ਇਹ ਆਪਾਂ ਨੇ ਡਿਸਕਸ ਕੀਤੇ ਆਪਣੇ ਜੋ ਫੰਕਸ਼ਨਲ ਸਟਰਕਚਰ ਦੇ ਐਡਵਾਂਟੇਜਸ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਡਿਸਐਡਵਾਂਟੇਜਸ। ਡਿਸਐਡਵਾਂਟੇਜਸ ਆਫ ਫੰਕਸ਼ਨਲ ਸਟਰਕਚਰ। ਜਿਵੇਂ ਪਹਿਲਾਂ ਹੀ ਕਿਹਾ ਕਿ ਹਰੇਕ ਚੀਜ਼ ਦੇ ਕੁਛ ਨਾ ਕੁਛ ਡੀਮੈਰਿਟਸ ਵੀ ਹੁੰਦੇ ਨੇ, ਤਾਂ ਉਸੇ ਤਰ੍ਹਾਂ ਨਾਲ ਫੰਕਸ਼ਨਲ ਸਟਰਕਚਰ ਦੇ ਵੀ ਕੁਛ ਡਿਸਐਡਵਾਂਟੇਜਸ ਨੇ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਹਿੰਦੇ ਨੇ, it places less emphasis on overall enterprise objectives। ਹੁਣ ਜਦੋਂ ਅਲੱਗ-ਅਲੱਗ ਡਿਪਾਰਟਮੈਂਟਸ ਬਣ ਗਏ ਨੇ, ਤੁਸੀਂ ਨਾਰਮਲੀ ਦੇਖਿਆ ਹੋਣਾ ਕਿ ਜੇ ਤੁਸੀਂ ਗਰੁੱਪਸ ਦੇ ਵਿੱਚ ਕੋਈ ਗੇਮ ਖੇਡ ਰਹੇ ਹੋ, ਠੀਕ ਹੈ, ਤੁਸੀਂ 20 ਜਣੇ ਹੋ ਔਰ ਗਰੁੱਪਸ ਦੇ ਵਿੱਚ ਖੇਡ ਰਹੇ ਹੋ, ਤਾਂ ਤੁਸੀਂ ਸਿਰਫ ਜਿਹੜੇ ਤੁਹਾਡੇ ਗਰੁੱਪ ਦੇ 4-5 ਪਰਸਨਸ ਨੇ ਉਹਨਾਂ 'ਤੇ ਫੋਕਸ ਕਰੋਗੇ, ਓਵਰਆਲ ਨਹੀਂ ਫੋਕਸ ਕਰੋਗੇ, ਠੀਕ ਹੈ, ਕਿ ਸਾਡੀ ਗੇਮ ਅੱਛੀ ਹੋਵੇ, ਇਸ ਚੀਜ਼ 'ਤੇ ਫੋਕਸ ਨਹੀਂ ਹੋਊਗਾ। ਤੁਹਾਡਾ ਫੋਕਸ ਹੋਊਗਾ ਕਿ ਮੇਰੀ ਟੀਮ ਜਿੱਤੇ, ਮੇਰੀ ਟੀਮ ਜਿੱਤੇ। ਤਾਂ ਫੰਕਸ਼ਨਲ ਸਟਰਕਚਰ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਹਰ ਇੱਕ ਪਰਸਨ ਜਾਂ ਹਰ ਇੱਕ ਮੈਨੇਜਰ ਹੈ ਜਿਹੜਾ ਉਹ ਆਪਣੇ ਆਪਣੇ ਡਿਪਾਰਟਮੈਂਟ 'ਤੇ ਫੋਕਸ ਕਰਨ ਲੱਗ ਜਾਂਦਾ ਹੈ। ਜੋ ਵੀ ਫੰਕਸ਼ਨਲ ਹੈਡ ਹੈ ਉਹ ਆਪਣੇ ਆਪਣੇ ਡਿਪਾਰਟਮੈਂਟ 'ਤੇ ਫੋਕਸ ਕਰਨ ਲੱਗ ਜਾਂਦਾ ਹੈ, ਔਰ ਓਵਰਆਲ ਐਂਟਰਪ੍ਰਾਈਜ਼ ਜਿਹੜੇ ਓਬਜੈਕਟਿਵਸ ਨੇ, ਓਵਰਆਲ ਜਿਹੜੀ ਪੂਰੀ ਆਰਗੇਨਾਈਜੇਸ਼ਨ ਹੈ ਉਸ 'ਤੇ ਫੋਕਸ ਨਹੀਂ ਕਰਦੇ। ਤਾਂ ਇਸ ਦੇ ਨਾਲ ਆਪਣੀ ਜਿਹੜੀ ਐਫੀਸ਼ੀਐਂਸੀ ਹੈ ਉਹ ਘੱਟ ਜਾਂਦੀ ਹੈ, ਠੀਕ ਹੈ, ਤੇ ਜਿਹੜੇ ਇੰਟਰਸਟਰਸ ਨੇ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਆਪਾਂ ਅਚੀਵ ਨਹੀਂ ਕਰ ਪਾਉਂਦੇ। ਨੈਕਸਟ ਵਨ ਇਜ਼ it leads to problems in coordination as information has to be exchanged across functionally differentiated departments। ਕਮਿਊਨੀਕੇਸ਼ਨ ਸਭ ਤੋਂ ਇੰਪੋਰਟੈਂਟ ਚੀਜ਼ ਹੈ,
ठीक है। जे अपनी ऑर्गेनाइजेशन दे विच कम्युनिकेशन अच्छी है, कम्युनिकेशन सिस्टम अच्छा है, तो अपनी जिहड़ी ऑपरेशनल एफिशिएंसी है वो बहुत वधिया होगी। बट फंक्शनल स्ट्रक्चर दे विच की कहंदे ने कि जिहड़ी कम्युनिकेशन है वो अलग अलग डिपार्टमेंट्स दे विच जिहड़ी हैगी आ आपां नूं एक्सचेंज करनी पैंदी है, तो उस ते टाइम लग सकदा है। जे कम्युनिकेशन टाइमली नहीं होगी ਤਾਂ ਉਸ ਦੇ ਨਾਲ ਆਪਣੀ ਐਫੀਸ਼ੀਐਂਸੀ ਇਫੈਕਟ ਹੋਊਗੀ, ਠੀਕ ਹੈ। ਜਿਵੇਂ ਇੰਸਟਰਕਸ਼ਨਸ ਦਿੱਤੀਆਂ ਕਿ ਅੱਜ ਮੰਨ ਲਓ ਆਪਣੀਆਂ ਸੇਲਸ ਡਿਪਾਰਟਮੈਂਟ ਨੇ ਆਪਾਂ ਨੂੰ ਦੱਸਤਾ ਕਿ ਜਿਹੜਾ ਹੈਗਾ ਇਸ ਵੀਕ ਦੇ ਵਿੱਚ ਆਪਣੀਆਂ ਸੇਲਸ ਜ਼ਿਆਦਾ ਹੋ ਸਕਦੀਆਂ ਨੇ, ਠੀਕ ਹੈ। ਕੋਈ ਵੀ ਫੈਕਟਰ ਹੈ ਉਸ ਨੂੰ ਐਨਾਲਾਈਜ਼ ਕੀਤਾ ਔਰ ਦੇਖਿਆ ਕਿ ਸੇਲਸ ਨੇ ਜਿਹੜੀਆਂ ਉਹ ਜ਼ਿਆਦਾ ਹੋ ਸਕਦੀਆਂ ਨੇ। ਤਾਂ ਜੇ ਸੇਲਸ ਜ਼ਿਆਦਾ ਹੋ ਸਕਦੀਆਂ ਨੇ ਤਾਂ ਆਪਾਂ ਨੂੰ ਪ੍ਰੋਡਕਸ਼ਨ ਵੀ ਜਿਹੜੀ ਹੈ ਜ਼ਿਆਦਾ ਕਰਨੀ ਪਊਗੀ। ਬਟ ਉਹ ਜਿਹੜੀ ਕਮਿਊਨੀਕੇਸ਼ਨ ਹੈ ਪ੍ਰੋਡਕਸ਼ਨ ਡਿਪਾਰਟਮੈਂਟ ਤੱਕ ਨਹੀਂ ਪਹੁੰਚੀ, ਤਾਂ ਪ੍ਰੋਡਕਸ਼ਨ ਡਿਪਾਰਟਮੈਂਟ ਰੂਟੀਨ ਵਾਲੀ ਪ੍ਰੋਡਕਸ਼ਨ ਕਰ ਰਿਹਾ। ਹੁਣ ਆਪਣੇ ਕੋਲ ਓਪਰਚੁਨਿਟੀ ਸੀਗੀ ਸੇਲਸ ਜ਼ਿਆਦਾ ਕਰਨ ਦੀ, ਬਟ ਆਪਣਾ ਜਿਹੜਾ ਹੈਗਾ ਪ੍ਰੋਡਕਸ਼ਨ ਜ਼ਿਆਦਾ ਨਹੀਂ ਹੋਈ, ਆਪਣੀਆਂ ਕੋਲ ਯੂਨਿਟ ਸੇਲ ਕਰਨ ਦੇ ਲਈ ਪੁਰਾਣੀਆਂ ਹੀ ਨੇ, ਪਹਿਲਾਂ ਵਾਲੀ ਗਿਣਤੀ ਹੈ, ਤਾਂ ਆਪਾਂ ਸੇਲਸ ਦਾ ਜਿਹੜਾ ਬੈਨੀਫਿਟ ਸੀਗਾ ਓਪਰਚੁਨਿਟੀ ਦਾ ਉਹ ਨਹੀਂ ਲੈ ਸਕਦੇ। ਤਾਂ ਇਸ ਦੇ ਵਿੱਚ ਇਹ ਡਿਫਿਕਲਟੀ ਆ ਜਾਂਦੀ ਹੈ ਕਮਿਊਨੀਕੇਸ਼ਨ ਦੀ। ਨੈਕਸਟ ਵਨ ਇਜ਼ ਕਨਫਲਿਕਟ ਆਫ ਇੰਟਰਸਟਸ ਮੇ ਅਰਾਈਜ਼। ਕਨਫਲਿਕਟ ਆਫ ਇੰਟਰਸਟਸ ਦੇ ਵਿੱਚ ਕੀ ਹੈ ਕਿ ਜਦੋਂ ਵੀ ਆਪਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਹੈ ਕਿ ਅਲੱਗ-ਅਲੱਗ ਡਿਪਾਰਟਮੈਂਟਸ ਨੇ ਤਾਂ ਉਹ ਆਪਣੇ ਆਪਣੇ ਲੈਵਲ 'ਤੇ ਕੰਮ ਕਰਨਾ ਸਟਾਰਟ ਕਰ ਦਿੰਦੇ ਆ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੈ ਕਿ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੇ ਇੰਟਰਸਟਸ ਨੇ ਉਹ ਮੈਚ ਨਹੀਂ ਕਰਦੇ ਦੋਨਾਂ ਡਿਪਾਰਟਮੈਂਟਸ ਦੇ ਜਾਂ ਜ਼ਿਆਦਾ ਡਿਪਾਰਟਮੈਂਟਸ ਦੇ, ਤਾਂ ਉਹਦੇ ਨਾਲ ਕਨਫਲਿਕਟਸ ਨੇ ਜਿਹੜੇ ਉਹ ਪੈਦਾ ਹੋ ਸਕਦੇ ਆ। ਹੁਣ ਇਸ ਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲੈ ਕੇ ਡਿਸਕਸ ਕਰਦੇ ਹਾਂ, ਕਾਫੀ ਈਜ਼ੀ ਹੋ ਜਾਣਾ। ਇਸ ਦੇ ਵਿੱਚ ਕੀ ਕਹਿੰਦੇ ਆ ਕਿ ਸੇਲਸ ਡਿਪਾਰਟਮੈਂਟ ਹੈ ਜਿਹੜਾ ਉਹਨੇ ਇਨਸਿਸਟ ਕੀਤਾ ਕਿ ਫਰੈਂਡਲੀ ਡਿਜ਼ਾਈਨ ਹੈ ਜਿਹੜਾ ਕੰਜ਼ਿਊਮਰ ਫਰੈਂਡਲੀ ਡਿਜ਼ਾਈਨ ਹੈ ਉਸ ਨੂੰ ਆਪਾਂ ਜਿਹੜਾ ਹੈਗਾ ਪ੍ਰੋਡਿਊਸ ਕਰੀਏ, ਕਿਉਂਕਿ ਸੇਲਸ ਡਿਪਾਰਟਮੈਂਟ ਨੂੰ ਪਤਾ ਹੈ ਕਿ ਕੰਜ਼ਿਊਮਰ ਨੂੰ ਕੀ ਚੀਜ਼ ਚਾਹੀਦੀ ਹੈ ਕੀ ਨਹੀਂ ਚਾਹੀਦੀ, ਕੀ ਚੀਜ਼ ਉਹ ਡਿਮਾਂਡ ਕਰ ਰਿਹਾ, ਠੀਕ ਹੈ। ਤਾਂ ਉਹਨਾਂ ਨੇ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਕਿਹਾ ਕਿ ਆਪਾਂ ਨੂੰ ਕੰਜ਼ਿਊਮਰ ਫਰੈਂਡਲੀ ਡਿਜ਼ਾਈਨ ਹੈ ਜਿਹੜਾ ਉਹ ਪ੍ਰੋਡਿਊਸ ਕਰਨਾ ਚਾਹੀਦਾ। ਬਟ ਜਿਹੜਾ ਪ੍ਰੋਡਕਸ਼ਨ ਡਿਪਾਰਟਮੈਂਟ ਹੈ ਉਹ ਕਹਿੰਦਾ ਕਿ ਨਹੀਂ ਇਹ ਸਾਡੇ ਲਈ ਮੁਸ਼ਕਿਲ ਹੈ ਪ੍ਰੋਡਿਊਸ ਕਰਨਾ, ਠੀਕ ਹੈ। ਸਾਨੂੰ ਟਾਈਮ ਜ਼ਿਆਦਾ ਦੇਣਾ ਪੈਣਾ ਹੈ ਜਾਂ ਸਾਨੂੰ ਰਿਸੋਰਸ ਜ਼ਿਆਦਾ ਚਾਹੀਦੇ ਨੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਹੈ, ਤਾਂ ਉਹ ਕਹਿੰਦਾ ਕਿ ਨਹੀਂ ਅਸੀਂ ਜੋ ਟਰੈਡੀਸ਼ਨਲ ਚੱਲ ਰਿਹਾ ਆਪਣਾ ਪ੍ਰੋਡਕਟ ਉਸੇ ਨੂੰ ਪ੍ਰੋਡਿਊਸ ਕਰਾਂਗੇ। ਤਾਂ ਇੱਥੇ ਜਿਹੜੇ ਡਿਪਾਰਟਮੈਂਟਲ ਕਨਫਲਿਕਟਸ ਨੇ ਉਹ ਕ੍ਰੀਏਟ ਹੋ ਜਾਂਦੇ ਨੇ, ਠੀਕ ਹੈ, ਜਿਨ੍ਹਾਂ ਨਾਲ ਆਪਾਂ ਨੂੰ ਆਰਗੇਨਾਈਜੇਸ਼ਨ ਨੂੰ ਕਾਫੀ ਨੁਕਸਾਨ ਹੋ ਸਕਦਾ। ਨੈਕਸਟ ਵਨ ਇਜ਼ inflexibility as people with same skills knowledge base may develop a narrow perspective। ਜਿਹੜੇ ਆਪਾਂ ਨੇ ਕਿਹਾ ਕਿ ਇੱਕ ਡਿਪਾਰਟਮੈਂਟ ਦੇ ਵਿੱਚ ਇੱਕੋ ਸਕਿੱਲਸ ਦੇ ਪਰਸਨਸ ਕੰਮ ਕਰਨਗੇ। ਹਿਊਮਨ ਰਿਸੋਰਸਿਸ ਡਿਪਾਰਟਮੈਂਟ ਹੈ ਉਸ ਦੇ ਵਿੱਚ ਸਾਰੇ ਪਰਸਨਸ ਹਿਊਮਨ ਰਿਸੋਰਸਿਸ ਦੇ ਨਾਲ ਰਿਲੇਟਡ ਹੋਣਗੇ, ਉਹਨਾਂ ਦੀਆਂ ਸਕਿੱਲਸ ਸੇਮ ਹੋਣਗੀਆਂ। ਤਾਂ ਜੇ ਸਕਿੱਲਸ ਉਹਨਾਂ ਦੀਆਂ ਸੇਮ ਨੇ, ਠੀਕ ਹੈ, ਤਾਂ ਉਹਨਾਂ ਦੇ ਵਿੱਚ ਕੀ ਹੈ ਕਈ ਵਾਰੀ ਆਪਾਂ ਕੀ ਕਹਿੰਦੇ ਹਾਂ ਕਿ 4-5 ਪੜ੍ਹੇ ਲਿਖੇ ਬੰਦੇ ਬੈਠੇ ਹੈ ਇੱਕੋ ਸਟਰੀਮ ਦੇ, ਉਹ ਕਹਿਣਗੇ ਕਿ ਨਹੀਂ ਜੀ ਮੈਂ ਸਹੀ ਹਾਂ ਮੈਂ ਸਹੀ ਹਾਂ ਮੈਂ ਸਹੀ ਹਾਂ ਤੁਸੀਂ ਗਲਤ ਹੋ ਮੈਂ ਸਹੀ ਹਾਂ, ਠੀਕ ਹੈ, ਜੋ ਮੈਂ ਕਹਿਣਾ ਉਹ ਕਰੋ। ਤਾਂ ਇਸ ਤਰ੍ਹਾਂ ਦੀ ਜਿਹੜੀ ਇੱਥੇ ਇਨਫਲੈਕਸੀਬਿਲਿਟੀ ਹੈ ਪੀਪਲ ਦੇ ਵਿੱਚ, ਲੋਕਾਂ ਦੇ ਵਿੱਚ, ਵਰਕਰਸ ਦੇ ਵਿੱਚ ਉਹ ਅਰਾਈਜ਼ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਡਿਫਿਕਲਟੀ ਹੈ ਇਸ ਦੇ ਵਿੱਚ ਆ ਸਕਦੀ ਹੈ, ਠੀਕ ਹੈ। ਤਾਂ ਇਹ ਜਿਹੜੇ ਹੈਗੇ ਹੈ ਫੰਕਸ਼ਨਲ ਜਿਹੜੇ ਸਟਰਕਚਰ ਹੈ ਉਸ ਦੇ ਵਿੱਚ ਕੁਝ ਤਰ੍ਹਾਂ ਦੇ ਡੀਮੈਰਿਟਸ ਹੋ ਸਕਦੇ ਨੇ। ਨੈਕਸਟ ਜਿਹੜਾ ਹੈ ਆਪਾਂ ਇਸ ਨੂੰ ਇਸ ਦੇ ਵਿੱਚ ਆ ਗਿਆ ਸੁਟੇਬਿਲਿਟੀ। ਫੰਕਸ਼ਨਲ ਸਟਰਕਚਰ ਕੀ ਹੈ, ਉਸ ਦੇ ਕੀ ਮੈਰਿਟਸ ਨੇ ਕੀ ਡੀਮੈਰਿਟਸ ਨੇ, ਇਹ ਹੁਣ ਤੱਕ ਆਪਾਂ ਨੇ ਡਿਸਕਸ ਕੀਤਾ। ਤਾਂ ਇਸ ਦੇ ਵਿੱਚ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਫੰਕਸ਼ਨਲ ਸਟਰਕਚਰ ਕਿਹੜੀਆਂ ਆਰਗੇਨਾਈਜੇਸ਼ਨਸ ਦੇ ਲਈ ਸਟੇਬਲ ਹੋ ਸਕਦਾ। ਤਾਂ ਆਰਗੇਨਾਈਜੇਸ਼ਨਸ ਜਿਨ੍ਹਾਂ ਦਾ ਸਾਈਜ਼ ਕਾਫੀ ਜ਼ਿਆਦਾ ਲਾਰਜ ਹੈ ਐਂਡ ਜਿਨ੍ਹਾਂ ਦੀਆਂ ਡਾਇਵਰਸੀਫਾਈਡ ਐਕਟੀਵਿਟੀਜ਼ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਜਿਹੜਾ ਹੈਗਾ ਫੰਕਸ਼ਨਲ ਸਟਰਕਚਰ ਜਿਹੜਾ ਹੈ ਅਡੋਪਟ ਕਰ ਸਕਦੀਆਂ ਨੇ। ਨਾਲ ਕੀ ਕਹਿੰਦੇ ਨੇ ਕਿ ਜਿਨ੍ਹਾਂ ਦੀ ਹਾਈ ਡਿਗਰੀ ਆਫ ਸਪੈਸ਼ਲਾਈਜੇਸ਼ਨ ਚਾਹੀਦੀ ਹੈ ਆਪਰੇਸ਼ਨਸ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਨੂੰ ਜਿਹੜੀਆਂ ਆਰਗੇਨਾਈਜੇਸ਼ਨਸ ਨੂੰ ਉਹ ਫੰਕਸ਼ਨਲ ਸਟਰਕਚਰ ਅਡੋਪਟ ਕਰਨਗੀਆਂ। ਤਿੰਨ ਇਸ ਦੇ ਵਿੱਚ ਆਪਾਂ ਨੇ ਰਿਕੁਆਇਰਮੈਂਟਸ ਦੀ ਗੱਲ ਕਰ ਰਹੇ ਹਾਂ। ਇੱਕ ਤਾਂ ਆਰਗੇਨਾਈਜੇਸ਼ਨ ਦਾ ਜਿਹੜਾ ਸਾਈਜ਼ ਹੈ ਉਹ ਲਾਰਜ ਹੋਵੇ, ਦੂਸਰਾ ਡਾਇਵਰਸੀਫਾਈਡ ਐਕਟੀਵਿਟੀਜ਼ ਹੋਣ, ਤੀਸਰਾ ਹਾਈ ਡਿਗਰੀ ਆਫ ਸਪੈਸ਼ਲਾਈਜੇਸ਼ਨ ਚਾਹੀਦੀ ਹੋਵੇ। ਤਾਂ ਕੋਈ ਵੀ ਆਰਗੇਨਾਈਜੇਸ਼ਨ ਜਿਹਦੇ ਵਿੱਚ ਇਹ ਤਿੰਨ ਫੀਚਰਸ ਨੇ ਜਾਂ ਇਹਨਾਂ 'ਚੋਂ ਕੋਈ ਵੀ ਫੀਚਰ ਹੈ ਉਹ ਫੰਕਸ਼ਨਲ ਸਟਰਕਚਰ ਅਡੋਪਟ ਕਰ ਸਕਦੀਆਂ ਨੇ। ਤਾਂ ਇਹ ਹੋ ਗਿਆ ਆਪਣਾ ਫੰਕਸ਼ਨਲ ਸਟਰਕਚਰ। ਸੈਕਿੰਡ ਵਨ ਇਜ਼ ਡਿਵੀਜ਼ਨਲ ਸਟਰਕਚਰ। ਡਿਵੀਜ਼ਨਲ ਸਟਰਕਚਰ
ਇਸ ਦੇ ਵਿੱਚ ਥੋੜਾ ਜਿਹੜਾ ਹੈਗਾ ਡਿਫਰੈਂਟ ਹੈ ਫੰਕਸ਼ਨਲ ਸਟਰਕਚਰ ਨਾਲੋਂ। ਇੱਥੇ ਕੀ ਕਹਿੰਦੇ ਨੇ ਕਿ ਜਿਹੜਾ ਵੀ ਆਪਣੇ ਕੋਲ ਡਿਵੀਜ਼ਨਲ ਸਟਰਕਚਰ ਹੈ ਉਸ ਦੇ ਵਿੱਚ ਆਪਾਂ ਕੀ ਕਹਿੰਦੇ ਆ ਕਿ ਜਿਵੇਂ ਡਿਵੀਜ਼ਨਲ ਸਟਰਕਚਰ ਕਿਹਦੇ ਲਈ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਫੇਵਰੇਬਲ ਹੈ, ਜਿੱਥੇ ਆਪਾਂ ਕਹਿੰਦੇ ਆ is true for all those enterprises which have more than one category of products to offer। ਫੰਕਸ਼ਨਲ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ। ਇੱਥੇ ਆਪਾਂ ਕੀ ਗੱਲ ਕਰ ਰਹੇ ਹਾਂ ਕਿ ਜਿਹੜੇ ਪ੍ਰੋਡਕਟਸ ਨੇ, ਜੋ ਪ੍ਰੋਡਕਟਸ ਉਹ ਪ੍ਰੋਡਿਊਸ ਕਰ ਰਹੇ ਨੇ, ਸੇਲ ਕਰ ਰਹੇ ਨੇ, ਉਹ ਇੱਕ ਤੋਂ ਜ਼ਿਆਦਾ ਕੈਟੇਗਰੀ ਦੇ ਨੇ। ਠੀਕ ਹੈ, ਜਿਵੇਂ ਮੰਨ ਲਓ ਇੱਕ ਕੰਪਨੀ ਹੈ, ਇੱਕ ਆਰਗੇਨਾਈਜੇਸ਼ਨ ਹੈ, ਉਹ ਇਲੈਕਟ੍ਰੋਨਿਕਸ ਦੇ ਵਿੱਚ ਵੀ ਕੰਮ ਕਰ ਰਹੀ ਹੈ, ਕਾਸਮੈਟਿਕਸ ਦੇ ਵਿੱਚ ਵੀ ਕੰਮ ਕਰ ਰਹੀ ਹੈ। ਠੀਕ ਹੈ, ਜਾਂ ਹੋਰ ਕੋਈ ਜਿਹੜਾ ਹੈਗਾ ਕਲੋਥਿੰਗ ਦੇ ਵਿੱਚ ਵੀ ਕੰਮ ਕਰ ਰਹੀ ਹੈ, ਤਾਂ ਉਸ ਨੂੰ ਜਿਹੜਾ ਹੈਗਾ ਆਪਾਂ ਡਿਵੀਜ਼ਨਲ ਦੇ ਵਿੱਚ ਕਵਰ ਕਰ ਸਕਦੇ ਹਾਂ। ਠੀਕ ਹੈ, ਡਿਵੀਜ਼ਨਲ ਦੇ ਵਿੱਚ ਜਿਹੜਾ ਹੈ ਉਸਨੂੰ ਆਪਾਂ ਕਵਰ ਕਰ ਸਕਦੇ ਹਾਂ। ਨੈਕਸਟ ਕਹਿੰਦੇ ਨੇ ਕਿ ਇਸ ਦੇ ਵਿੱਚ ਜਿਹੜੇ ਹੈਗੇ ਨੇ ਸੈਟ ਆਫ ਹੋਮੋਜੀਨੀਅਸ ਫੰਕਸ਼ਨਸ ਹੋਣਗੇ। ਹੋਮੋਜੀਨੀਅਸ ਫੰਕਸ਼ਨਸ ਕਿਹੜੇ ਹੁੰਦੇ ਨੇ? ਪਹਿਲਾਂ ਤਾਂ ਹੋਮੋਜੀਨੀਅਸ ਕੀ ਹੋਇਆ ਕਿ ਜਿਸ ਦੇ ਵਿੱਚ ਸਾਰੇ ਫੀਚਰਸ ਸੇਮ ਹੋਣ, ਸਾਰੇ ਫੀਚਰ ਸੇਮ ਹੋਣ। ਠੀਕ ਹੈ, ਜਿਵੇਂ ਹੁਣ ਆਪਾਂ ਕਾਸਮੈਟਿਕਸ ਦੀ ਗੱਲ ਕਰ ਰਹੇ ਹਾਂ, ਇਲੈਕਟ੍ਰੋਨਿਕਸ ਦੀ ਗੱਲ ਕਰ ਰਹੇ ਹਾਂ, ਜਾਂ ਕਲੋਥਿੰਗ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ ਫਰਦਰ ਸਾਰੇ ਫੰਕਸ਼ਨਸ ਨੇ ਜਿਹੜੇ ਉਹ ਸੇਮ ਹੋਣਗੇ। ਜਿਵੇਂ ਜੇ ਆਪਾਂ ਕਲੋਥਿੰਗ ਦੀ ਗੱਲ ਕਰ ਰਹੇ ਹਾਂ, ਰॉ ਮਟੀਰੀਅਲ ਪਰਚੇਸ ਕਰਨਾ ਪਊਗਾ, ਕਲੋਥਸ ਜਿਹੜੇ ਹੈਗੇ ਨੇ ਪ੍ਰੋਡਿਊਸ ਕਰਨੇ ਪੈਣਗੇ, ਮੈਨੂਫੈਕਚਰ ਕਰਨੇ ਪੈਣਗੇ, ਉਹਨਾਂ ਦੀ ਮਾਰਕੀਟਿੰਗ ਕਰਨੀ ਪਊਗੀ, ਸੇਲ ਕਰਨੀ ਪਊਗੀ, ਫਾਈਨਾਂਸਸ ਨੇ ਜਿਹੜੇ ਉਹ ਦੇਖਣੇ ਪੈਣਗੇ। ਇਹੀ ਸਾਰੀਆਂ ਐਕਟੀਵਿਟੀਜ਼ ਇਲੈਕਟ੍ਰੋਨਿਕਸ ਦੇ ਵਿੱਚ ਵੀ ਆਉਣਗੀਆਂ, ਇਹ ਸਾਰੀਆਂ ਐਕਟੀਵਿਟੀਜ਼ ਆਪਣੀਆਂ ਕਾਸਮੈਟਿਕਸ ਦੇ ਵਿੱਚ ਵੀ ਆਉਣਗੀਆਂ। ਠੀਕ ਹੈ, ਤਾਂ ਇਸ ਤਰ੍ਹਾਂ ਦੀ ਜੇ ਕੋਈ ਆਰਗੇਨਾਈਜੇਸ਼ਨ ਹੈ ਜਿਸ ਦੇ ਵਿੱਚ ਇੱਕ ਤੋਂ ਜ਼ਿਆਦਾ ਕੈਟੇਗਰੀਜ਼ ਨੇ ਪ੍ਰੋਡਕਟਸ ਦੀਆਂ ਆਫਰ ਕਰਨ ਦੇ ਲਈ, ਉਸ ਨੂੰ ਆਪਾਂ ਡਿਵੀਜ਼ਨਲ ਸਟਰਕਚਰ ਜਿਹੜਾ ਹੈਗਾ ਅਡੋਪਟ ਕਰ ਸਕਦੇ ਹਾਂ। ਤਾਂ ਇਸ ਦੇ ਵਿੱਚ ਕੀ ਕਹਿੰਦੇ ਨੇ ਕਿ ਇਨ ਅ ਡਿਵੀਜ਼ਨਲ ਸਟਰਕਚਰ ਦ ਆਰਗੇਨਾਈਜੇਸ਼ਨ ਸਟਰਕਚਰ ਕੰਪਰਾਈਜ਼ਸ ਆਫ ਸੈਪਰੇਟ ਬਿਜ਼ਨਸ ਯੂਨਿਟਸ ਔਰ ਡਿਵੀਜ਼ਨਸ। ਡਿਵੀਜ਼ਨਲ ਸਟਰਕਚਰ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਕਿਵੇਂ ਕੰਮ ਕਰਦੀ ਹੈ ਕਿ ਉਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਿਜ਼ਨਸ ਨੇ, ਜਿਹੜੇ ਬਿਜ਼ਨਸ ਯੂਨਿਟਸ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਜਿਵੇਂ ਆਪਾਂ ਕਹਿ ਲਈਏ ਕਿ ਅਲੱਗ-ਅਲੱਗ 4 ਬਿਜ਼ਨਸਿਸ ਨੇ, ਇੱਕ ਕਾਸਮੈਟਿਕਸ ਦਾ ਕੰਮ ਕਰ ਰਿਹਾ, ਇੱਕ ਕਲੋਥਿੰਗ ਦਾ ਕੰਮ ਕਰ ਰਿਹਾ, ਇੱਕ ਇਲੈਕਟ੍ਰੋਨਿਕਸ ਦਾ ਕੰਮ ਕਰ ਰਿਹਾ, ਇੱਕ ਹੋਮ ਇੰਟੀਰੀਅਰ ਦਾ ਕੰਮ ਕਰ ਰਿਹਾ। ਠੀਕ ਹੈ, ਉਹਨਾਂ ਨੂੰ ਚਾਰਾਂ ਨੂੰ ਆਪਾਂ ਕੰਪਰਾਈਜ਼ ਕਰ ਦਿਆਂਗੇ, ਇਕੱਠੇ ਕਰ ਦਿਆਂਗੇ, ਤਾਂ ਉਹ ਕੀ ਬਣ ਜਾਊਗਾ? ਡਿਵੀਜ਼ਨਲ ਸਟਰਕਚਰ। ਠੀਕ ਹੈ, ਤਾਂ ਇਸ ਤਰ੍ਹਾਂ ਨਾਲ ਜਿਹੜਾ ਹੈ ਡਿਵੀਜ਼ਨਲ ਸਟਰਕਚਰ ਕੰਮ ਕਰਦਾ ਹੈ। ਨੈਕਸਟ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਹੜਾ ਹੈ ਡਾਇਗਰਾਮ ਦੇ ਨਾਲ ਇਸ ਨੂੰ ਜਿਹੜਾ ਹੈ ਥੋੜ੍ਹਾ ਮੈਂ ਕਵਰ ਕਰਦੀ ਹਾਂ। ਇੱਕ ਚੀਜ਼ ਦੇਖਿਓ, ਮੈਨੇਜਿੰਗ ਡਾਇਰੈਕਟਰ। ਜਦੋਂ ਆਪਾਂ ਫੰਕਸ਼ਨਲ ਦੀ ਗੱਲ ਕੀਤੀ ਸੀ ਤਾਂ ਉੱਥੇ ਵੀ ਆਪਾਂ ਕੋਆਰਡੀਨੇਟਿੰਗ ਹੈੱਡ ਦੀ ਗੱਲ ਕੀਤੀ ਸੀ ਕਿ ਉਹ ਸਾਰੇ ਡਿਪਾਰਟਮੈਂਟਸ ਨੂੰ ਸੁਪਰਵਾਈਜ਼ ਕਰੂਗਾ। ਤਾਂ ਇਸ ਦੇ ਵਿੱਚ ਵੀ ਜਿਹੜਾ ਮੈਨੇਜਿੰਗ ਡਾਇਰੈਕਟਰ ਹੈ ਉਹ ਸਾਰਿਆਂ ਨੂੰ ਕਵਰ ਕਰੂਗਾ। ਤਾਂ ਨੈਕਸਟ ਆਪਾਂ ਨੇ ਡਿਵੀਜ਼ਨਲ ਕਰਤੀ, ਡਿਵੀਜ਼ਨਲ ਸਟਰਕਚਰ ਬਣ ਗਿਆ ਆਪਣਾ, ਕਾਸਮੈਟਿਕਸ ਆ ਗਿਆ, ਗਾਰਮੈਂਟਸ ਆ ਗਿਆ, ਫੁੱਟਵੀਅਰ ਆ ਗਿਆ। ਠੀਕ ਹੈ, ਤਾਂ ਫੁੱਟਵੀਅਰ ਤੋਂ ਬਾਅਦ ਸਕਿਨ ਕੇਅਰ ਆ ਗਿਆ। ਅਲੱਗ-ਅਲੱਗ ਤਰ੍ਹਾਂ ਦੇ 4 ਡਿਪਾਰਟਮੈਂਟਸ ਨੇ, ਉਹਨਾਂ ਦੇ ਅਕੋਰਡਿੰਗਲੀ ਆਪਾਂ ਨੇ ਅਲੱਗ-ਅਲੱਗ ਡਿਵੀਜ਼ਨਸ ਬਣਾਤੀਆਂ। ਠੀਕ ਹੈ, ਹੁਣ ਹਰੇਕ ਡਿਪਾਰਟਮੈਂਟ ਦੇ ਵਿੱਚ, ਜਿਵੇਂ ਆਪਾਂ ਗਾਰਮੈਂਟਸ ਦੇ ਵਿੱਚ ਗੱਲ ਕਰਦੇ ਹਾਂ, ਗਾਰਮੈਂਟਸ ਦੇ ਵਿੱਚ ਹਿਊਮਨ ਰਿਸੋਰਸਿਸ ਆ ਗਏ, ਮਾਰਕੀਟਿੰਗ ਆ ਗਈ, ਰਿਸਰਚ ਐਂਡ ਡਿਵੈਲਪਮੈਂਟ ਆ ਗਿਆ, ਪਰਚੇਜ਼ਿੰਗ ਆ ਗਈ। ਤਾਂ ਹਰੇਕ ਡਿਵੀਜ਼ਨ ਦੇ ਅੰਡਰ ਜਿਹੜਾ ਫੰਕਸ਼ਨਲ ਸਟਰਕਚਰ ਹੈ ਉਹ ਕੰਮ ਕਰੂਗਾ। ਜਿਵੇਂ ਇਸ ਦੇ ਵਿੱਚ ਸਿਰਫ ਆਪਾਂ ਇਹ ਉੱਪਰ ਵਾਲਾ ਕਵਰ ਕਰੀਏ, ਜਿਹੜਾ ਉੱਪਰ ਵਾਲਾ ਪਾਰਟ ਹੈ ਮੈਨੇਜਿੰਗ ਡਾਇਰੈਕਟਰ ਤੋਂ ਲੈ ਕੇ ਕਾਸਮੈਟਿਕਸ, ਗਾਰਮੈਂਟਸ, ਫੁੱਟਵੀਅਰ, ਸਕਿਨ ਕੇਅਰ ਤੱਕ, ਇਹ ਹੋ ਗਿਆ ਆਪਣਾ ਡਿਵੀਜ਼ਨਲ। ਠੀਕ ਹੈ, ਉਸ ਤੋਂ ਬਾਅਦ ਜਿਵੇਂ ਜੇ ਆਪਾਂ ਗਾਰਮੈਂਟਸ ਦੇ ਵਿੱਚ ਇਕੱਲੇ ਦੇ ਵਿੱਚ ਦੇਖਦੇ ਹਾਂ ਤਾਂ ਨੀਚੇ ਆ ਜਾਂਦਾ ਫੰਕਸ਼ਨਲ। ਤਾਂ ਇਸ ਤੋਂ ਕੀ ਕਲੀਅਰ ਹੁੰਦਾ ਹੈ ਕਿ ਜੋ ਵੀ ਕੋਈ ਆਪਣਾ ਡਿਵੀਜ਼ਨਲ ਸਟਰਕਚਰ ਹੋਊਗਾ ਉਹ ਆਪਣੇ ਆਪ ਦੇ ਵਿੱਚ ਫੰਕਸ਼ਨਲ ਸਟਰਕਚਰ ਨੂੰ ਕਵਰ ਕਰਦਾ ਹੋਊਗਾ। ਠੀਕ ਹੈ, ਇਹ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਹੈ। ਜਦੋਂ ਵੀ ਆਪਾਂ ਡਿਵੀਜ਼ਨਲ ਸਟਰਕਚਰ ਦੀ ਗੱਲ ਕਰਦੇ ਹਾਂ ਤਾਂ ਉਹ ਆਪਣੇ ਆਪ ਦੇ ਵਿੱਚ ਫੰਕਸ਼ਨਲ ਸਟਰਕਚਰ ਨੂੰ ਕਵਰ ਕਰ ਰਿਹਾ ਹੋਊਗਾ ਹਰ ਟਾਈਮ, ਹਰ ਜਗ੍ਹਾ 'ਤੇ। ਠੀਕ, ਤਾਂ ਇਹ ਜਿਹੜਾ ਹੈਗਾ ਆਪਾਂ ਨੇ ਗੱਲ ਕੀਤੀ ਡਿਵੀਜ਼ਨਲ ਸਟਰਕਚਰ ਦੀ। ਨੈਕਸਟ ਅਗੇਨ ਇਸ ਦੇ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਨੂੰ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਐਡਵਾਂਟੇਜਸ, ਕੀ ਮੈਰਿਟਸ ਨੇ ਡਿਵੀਜ਼ਨਲ ਸਟਰਕਚਰ ਦੇ।
ਤਾਂ ਇਸ ਦੇ ਵਿੱਚ ਕੀ ਕਹਿੰਦੇ ਨੇ ਕਿ ਪ੍ਰੋਡਕਟ ਸਪੈਸ਼ਲਾਈਜੇਸ਼ਨ ਹੈਲਪਸ ਇਨ ਦ ਡਿਵੈਲਪਮੈਂਟ ਆਫ ਵੇਰੀਅਡ ਸਕਿੱਲਸ ਇਨ ਆਰ ਡਿਵੀਜ਼ਨਲ ਹੈਡ। ਇਸ ਦੇ ਨਾਲ ਕੀ ਕਹਿੰਦੇ ਨੇ ਕਿ ਜਿਹੜੀ ਪ੍ਰੋਡਕਟ ਉੱਥੇ ਜਿਹੜਾ ਫੰਕਸ਼ਨਲ ਸਟਰਕਚਰ ਕੀਤਾ ਉਸ ਦੇ ਵਿੱਚ ਆਪਾਂ ਗੱਲ ਕਰਦੇ ਸੀਗੇ ਸਪੈਸ਼ਲਾਈਜੇਸ਼ਨ ਇਨ ਪਰਟੀਕੂਲਰ ਡਿਪਾਰਟਮੈਂਟ, ਪਰਟੀਕੂਲਰ ਐਕਟੀਵਿਟੀ। ਇੱਥੇ ਆਪਾਂ ਗੱਲ ਕਰ ਰਹੇ ਹਾਂ ਸਪੈਸ਼ਲਾਈਜੇਸ਼ਨ ਇਨ ਪਰਟੀਕੂਲਰ ਪ੍ਰੋਡਕਟ। ਉੱਥੇ ਆਪਾਂ ਨੇ ਜਿਵੇਂ ਗੱਲ ਕੀਤੀ ਸੀ ਕਿ ਕੋਈ ਪਰਸਨ ਸਪੈਸ਼ਲਾਈਜ਼ਡ ਹੈ ਹਿਊਮਨ ਰਿਸੋਰਸ ਐਕਟੀਵਿਟੀਜ਼ ਦੇ ਵਿੱਚ। ਇੱਥੇ ਆਪਾਂ ਗੱਲ ਕਰਦੇ ਹਾਂ ਕਿ ਕੋਈ ਪਰਸਨ ਸਪੈਸ਼ਲਾਈਜ਼ਡ ਹੈ, ਐਕਸਪੀਰੀਅੰਸਡ ਹੈ, ਐਕਸਪਰਟ ਹੈ ਕਿਹਦੇ ਵਿੱਚ, ਪਰਟੀਕੂਲਰ ਪ੍ਰੋਡਕਟ ਦੇ ਵਿੱਚ। ਕਿਸੇ ਨੂੰ ਗਾਰਮੈਂਟਸ ਦੀ ਨੌਲੇਜ ਹੈ, ਕਿਸੇ ਨੂੰ ਸਕਿਨ ਕੇਅਰ ਪ੍ਰੋਡਕਟਸ ਦੀ ਨੌਲੇਜ ਹੈ, ਕਿਸੇ ਨੂੰ ਕਾਸਮੈਟਿਕਸ ਦੀ ਨੌਲੇਜ ਹੈ। ਤਾਂ ਇੱਥੇ ਆਪਾਂ ਪ੍ਰੋਡਕਟ ਸਪੈਸ਼ਲਾਈਜੇਸ਼ਨ ਦੀ ਗੱਲ ਕਰਦੇ ਹਾਂ। ਤਾਂ ਉਹ ਜਿਹੜਾ ਹੈਗਾ ਆਪਾਂ ਨੂੰ ਅਲੱਗ-ਅਲੱਗ ਜਿਹੜੀਆਂ ਸਕਿੱਲਸ ਨੇ, ਡਿਵੀਜ਼ਨਲ ਹੈਡ ਹੈ ਉਸ ਦੀਆਂ ਜਿਹੜੀਆਂ ਅਲੱਗ-ਅਲੱਗ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਕਰਨ ਦੇ ਵਿੱਚ ਹੈਲਪ ਕਰੂਗਾ। ਠੀਕ ਹੈ। ਨੈਕਸਟ ਉਸ ਤੋਂ ਬਾਅਦ ਜਿਹੜਾ ਡਿਵੀਜ਼ਨਲ ਹੈਡਸ ਆਰ ਅਕਾਊਂਟੇਬਲ ਫਾਰ ਪ੍ਰੋਫਿਟਸ, ਰੈਵਨਿਊਜ਼ ਐਂਡ ਕੋਸਟਸ। ਇਸ ਦੇ ਵਿੱਚ ਕੀ ਕਹਿੰਦੇ ਹੈ ਕਿ ਜਿਹੜੇ ਡਿਵੀਜ਼ਨਲ ਹੈਡਸ ਹੋਣਗੇ ਉਹ ਰਿਸਪੋਂਸੀਬਲ ਹੋਣਗੇ ਇੱਕ ਡਿਪਾਰਟਮੈਂਟ ਦੇ ਵਿੱਚੋਂ ਜਾਂ ਇੱਕ ਡਿਵੀਜ਼ਨ ਦੇ ਵਿੱਚੋਂ ਆਪਾਂ ਨੂੰ ਕੀ ਪ੍ਰੋਫਿਟਸ ਹੋ ਰਹੇ ਨੇ, ਕੀ ਰੈਵਨਿਊਜ਼ ਹੋ ਰਹੇ ਨੇ, ਕੀ ਆਪਾਂ ਨੂੰ ਕੋਸਟਸ ਆ ਰਹੀਆਂ ਨੇ, ਉਸ ਦੇ ਲਈ ਆਪਣੇ ਜਿਹੜੇ ਰਿਸਪੋਂਸੀਬਿਲਿਟੀ ਹੋਊਗੀ ਉਹ ਹੋਊਗੀ ਡਿਵੀਜ਼ਨਲ ਹੈਡ ਦੀ। ਜਿਵੇਂ ਆਪਾਂ ਨੇ ਫੰਕਸ਼ਨਲ ਦੇ ਵਿੱਚ ਗੱਲ ਕੀਤੀ ਸੀ ਕਿ ਅਲੱਗ-ਅਲੱਗ ਜਿਹੜੇ ਆਪਣੇ ਕੋਲ ਡਿਪਾਰਟਮੈਂਟਸ ਨੇ ਉਹਨਾਂ ਨੂੰ ਕੋਆਰਡੀਨੇਟ ਕੌਣ ਕਰੂਗਾ, ਕੋਆਰਡੀਨੇਟਿੰਗ ਹੈਡ, ਜਿਹੜਾ ਮੈਨੇਜਿੰਗ ਡਾਇਰੈਕਟਰ ਆਪਾਂ ਨੇ ਪੜ੍ਹਿਆ ਸੀ। ਤਾਂ ਉਸ ਦੀ ਰਿਸਪੋਂਸੀਬਿਲਿਟੀ ਹੋਊਗੀ। ਇੱਥੇ ਜਿਹੜੀਆਂ ਅਲੱਗ-ਅਲੱਗ ਡਿਵੀਜ਼ਨਸ ਬਣੀਆਂ ਹੋਣਗੀਆਂ ਜਿਵੇਂ ਕਾਸਮੈਟਿਕਸ ਹੈ, ਕਾਸਮੈਟਿਕਸ ਦਾ ਜਿਹੜਾ ਵੀ ਹੈਡ ਹੋਊਗਾ ਉਹ ਰਿਸਪੋਂਸੀਬਲ ਹੋਊਗਾ ਆਪਣੇ ਡਿਵੀਜ਼ਨ ਦੇ ਪ੍ਰੋਫਿਟਸ, ਰੈਵਨਿਊਜ਼ ਐਂਡ ਕੋਸਟਸ ਦੇ ਲਈ। ਤਾਂ ਜਦੋਂ ਆਪਾਂ ਇੱਕ ਪਰਟੀਕੂਲਰ ਪਰਸਨ ਦੀ ਰਿਸਪੋਂਸੀਬਿਲਿਟੀ ਫਿਕਸ ਕਰ ਦਿੰਦੇ ਹਾਂ ਕਿ ਜੀ ਪ੍ਰੋਫਿਟ ਹੋਇਆ ਤਾਂ ਤੁਹਾਨੂੰ ਕ੍ਰੈਡਿਟ ਜਾਊਗਾ, ਲਾਸ ਹੋਇਆ, ਕੋਸਟਸ ਜ਼ਿਆਦਾ ਆਈਆਂ ਤਾਂ ਤੁਹਾਨੂੰ ਜਿਹੜਾ ਹੈਗਾ ਉਸ ਦੇ ਲਈ ਅਕਾਊਂਟੇਬਲ ਹੋਣਾ ਪਊਗਾ। ਤਾਂ ਜਦੋਂ ਕੁਝ ਇਸ ਤਰ੍ਹਾਂ ਦੀ ਪਰਟੀਕੂਲਰਿਟੀ ਆ ਜਾਂਦੀ ਹੈ ਤਾਂ ਪਰਸਨ ਜ਼ਿਆਦਾ ਐਫੀਸ਼ੀਐਂਟਲੀ ਕੰਮ ਕਰਦਾ ਹੈਗਾ। ਨੈਕਸਟ ਇਜ਼ ਇਟ ਪ੍ਰਮੋਟਸ ਫਲੈਕਸੀਬਿਲਿਟੀ ਇਨੀਸ਼ੀਏਟਿਵ। ਫਲੈਕਸੀਬਿਲਿਟੀ ਐਂਡ ਇਨੀਸ਼ੀਏਟਿਵ ਆਉਂਦਾ ਇਸ ਦੇ ਵਿੱਚ ਕਿਉਂਕਿ ਹਰ ਇੱਕ ਡਿਵੀਜ਼ਨ ਅਲੱਗ ਤਰ੍ਹਾਂ ਨਾਲ ਆਪਣਾ ਅਲੱਗ ਹੋ ਕੇ ਜਿਹੜਾ ਹੈਗਾ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ। ਠੀਕ ਹੈ। ਜਦੋਂ ਕੋਈ ਵੀ ਡਿਵੀਜ਼ਨ ਜਾਂ ਕੋਈ ਵੀ ਪਰਸਨ ਇੰਡੀਪੈਂਡੈਂਟਲੀ ਕੰਮ ਕਰਦਾ ਹੈ ਤਾਂ ਉਸ ਦੇ ਵਿੱਚ ਜ਼ਿਆਦਾ ਇਨੀਸ਼ੀਏਟਿਵ, ਜ਼ਿਆਦਾ ਕ੍ਰੀਏਟੀਵਿਟੀ ਆਉਂਦੀ ਹੈ। ਹਰ ਕੋਈ ਪਰਸਨ ਸੋਚਦਾ ਹੈ ਕਿ ਮੈਂ ਕੰਮ ਕਰਨਾ ਹੈ, ਮੈਂ ਕਿਵੇਂ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ, ਤਾਂ ਉਹ ਜਿਹੜਾ ਹੈਗਾ ਇਸ ਦੇ ਵਿੱਚ ਇਨੀਸ਼ੀਏਟਿਵਸ ਨੂੰ ਪ੍ਰਮੋਟ ਕਰਦਾ ਹੈ। ਔਰ ਇਸੇ ਦੇ ਨਾਲ ਫਲੈਕਸੀਬਿਲਿਟੀ ਵੀ ਆਉਂਦੀ ਹੈ ਕਿਉਂਕਿ ਆਪਾਂ ਨੂੰ ਉੱਪਰੋਂ ਕੋਈ ਜ਼ੋਰ ਨਹੀਂ ਪੈ ਰਿਹਾ ਕਿ ਤੁਸੀਂ ਇਹ ਕੰਮ ਕਰਨਾ ਹੈ, ਇਸੇ ਤਰੀਕੇ ਨਾਲ ਕਰਨਾ ਹੈ। ਤੁਹਾਨੂੰ ਜਿਹੜੇ ਤਰੀਕੇ ਨਾਲ ਸਟੇਬਲ ਲੱਗ ਰਿਹਾ ਤੁਸੀਂ ਉਸ ਤਰੀਕੇ ਨਾਲ ਉਸ ਨੂੰ ਪਰਫਾਰਮ ਕਰਨਾ। ਤਾਂ ਫਲੈਕਸੀਬਿਲਿਟੀ ਐਂਡ ਇਨੀਸ਼ੀਏਟਿਵ ਜਿਹੜਾ ਹੈ ਇਸ ਦੇ ਵਿੱਚ ਪ੍ਰਮੋਟ ਕੀਤਾ ਜਾਂਦਾ ਹੈ। ਨੈਕਸਟ ਵਨ ਇਜ਼ it facilitates expansion and growth as new divisions can be added without interrupting the existing operations। ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਆਰਗੇਨਾਈਜੇਸ਼ਨ ਕਹਿੰਦੀ ਹੈ ਕਿ ਆਪਾਂ ਨੇ ਆਰਗੇਨਾਈਜੇਸ਼ਨ ਨੂੰ ਐਕਸਪੈਂਡ ਕਰਨਾ। ਐਕਸਪੈਂਡ ਕਰਨ ਦੇ ਲਈ ਕੀ ਹੈ ਕਿ ਆਪਾਂ ਨੂੰ ਨਵੀਆਂ ਡਿਵੀਜ਼ਨਸ ਐਡ ਕਰਨੀਆਂ ਪੈਣਗੀਆਂ ਜਾਂ ਜਿਹੜਾ ਹੈਗਾ ਜਾਂ ਤਾਂ ਆਪਾਂ ਨੂੰ ਨਵੇਂ ਪ੍ਰੋਡਕਟਸ ਐਡ ਕਰਨੇ ਪੈਣਗੇ ਜਾਂ ਜਿਹੜੇ ਪੁਰਾਣੇ ਪ੍ਰੋਡਕਟਸ ਚੱਲ ਰਹੇ ਨੇ ਉਹਨਾਂ ਨੂੰ ਹੀ ਆਪਾਂ ਨੂੰ ਉਹਨਾਂ ਦੇ ਵਿੱਚ ਗਰੋਥ ਕਰਨੀ ਪਊਗੀ। ਤਾਂ ਜਦੋਂ ਆਪਾਂ ਡਿਵੀਜ਼ਨਲ ਸਟਰਕਚਰ ਅਡੋਪਟ ਕਰ ਰਹੇ ਹਾਂ ਤਾਂ ਬੜਾ ਆਪਣੇ ਲਈ ਐਕਸਪੈਂਸ਼ਨ ਈਜ਼ੀ ਹੋ ਜਾਂਦੀ ਹੈ ਕਿ ਨਵੀਂ ਡਿਵੀਜ਼ਨ ਐਡ ਕਰ ਦਿਓ, ਪੁਰਾਣਿਆਂ ਨੂੰ ਛੇੜਨ ਦੀ ਜ਼ਰੂਰਤ ਨਹੀਂ ਹੈ। ਉਹ ਆਪਣਾ ਕੰਮ ਉਸੇ ਤਰੀਕੇ ਨਾਲ ਕਰਦੇ ਰਹਿਣਗੇ। ਆਪਾਂ ਇੱਕ ਨਵੀਂ ਡਿਵੀਜ਼ਨ ਨਵੇਂ ਬਿਜ਼ਨਸ ਦੇ ਤੌਰ 'ਤੇ ਸੈਟਅਪ ਕਰ ਸਕਦੇ ਹਾਂ। ਠੀਕ ਹੈ। ਤਾਂ ਇਸ ਦੇ ਨਾਲ ਜਿਹੜੀਆਂ ਐਗਜ਼ਿਸਟਿੰਗ ਆਪਰੇਸ਼ਨਸ ਨੇ ਉਹਨਾਂ 'ਤੇ ਕਿਸੇ ਵੀ ਤਰ੍ਹਾਂ ਦੀ ਇੰਟਰਪਸ਼ਨ ਨਹੀਂ ਹੋਊਗੀ, ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਉਸ 'ਤੇ ਨੈਗੇਟਿਵ ਇੰਪੈਕਟ ਨਹੀਂ ਜਾਊਗਾ। ਤਾਂ ਇਹ ਹੋ ਗਈ ਐਡਵਾਂਟੇਜਸ ਆਫ ਡਿਵੀਜ਼ਨਲ ਸਟਰਕਚਰ। ਨੈਕਸਟ ਵਨ ਇਜ਼ disadvantages of divisional structure। ਤਾਂ ਸਭ ਤੋਂ ਪਹਿਲਾਂ ਕਹਿੰਦੇ ਨੇ conflict may arise among different divisions with reference to allocation of funds। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ। ਦੇਖੋ ਕੰਮ ਆਪਾਂ ਕਿਵੇਂ ਕਰ ਸਕਦੇ ਹਾਂ ਜੇ ਆਪਣੇ ਕੋਲੇ ਸਫੀਸ਼ੀਐਂਟ ਫੰਡਸ ਨੇ, ਸਫੀਸ਼ੀਐਂਟ ਰਿਸੋਰਸਸ ਨੇ। ਠੀਕ ਹੈ। ਜਿਵੇਂ ਹੁਣ ਆਪਾਂ ਆਨਲਾਈਨ ਕਲਾਸਿਸ ਦੀ ਗੱਲ ਕਰ ਰਹੇ ਹਾਂ, ਤੁਹਾਡੇ ਲਈ ਸਭ ਤੋਂ ਜ਼ਰੂਰੀ ਕੀ ਹੈ ਕਿ ਤੁਹਾਡੇ ਕੋਲੇ ਲੈਪਟਾਪ ਜਾਂ ਕੰਪਿਊਟਰ ਜਾਂ ਤੁਹਾਡੇ ਕੋਲ ਸਮਾਰਟਫੋਨ ਹੋਣਾ ਚਾਹੀਦਾ ਔਰ ਨਾਲ ਉਸ 'ਤੇ ਇੰਟਰਨੈਟ ਹੈ ਜਿਹੜਾ ਉਹ ਅਵੇਲੇਬਲ ਹੋਣਾ ਚਾਹੀਦਾ। ਹੁਣ ਜੇ ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਜਾਂ ਕਹਿ ਲਓ ਕਿ ਤੁਹਾਡੇ ਕੋਲ ਡਿਵਾਈਸ ਨਹੀਂ ਹੈ
ਤਾਂ ਤੁਸੀਂ ਆਨਲਾਈਨ ਕਲਾਸ ਨਹੀਂ ਲਗਾ ਸਕਦੇ। ਤਾਂ ਉਸੇ ਤਰੀਕੇ ਨਾਲ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਕੰਮ ਕਰਨਾ ਹੈ ਤਾਂ ਆਪਾਂ ਨੂੰ ਫੰਡਸ ਦੀ ਜ਼ਰੂਰਤ ਹੈ, ਤਾਂ ਕਿ ਆਪਾਂ ਆਪਣੇ ਜਿਹੜੇ ਰਿਸੋਰਸਸ ਨੇ ਉਹਨਾਂ ਨੂੰ ਪਰਚੇਜ਼ ਕਰ ਸਕੀਏ। ਤਾਂ ਐਲੋਕੇਸ਼ਨ ਆਫ ਫੰਡਸ ਦੇ ਰਿਲੇਟਡ ਜਿਹੜਾ ਹੈਗਾ ਇੱਥੇ ਕਨਫਲਿਕਟਸ ਪੈਦਾ ਹੋ ਸਕਦੇ ਨੇ, ਜਿਵੇਂ ਆਪਾਂ ਫੈਮਿਲੀ ਦੇ ਵਿੱਚ ਹੀ 2-3 ਬੱਚੇ ਹੁੰਨੇ ਆਪਾਂ, ਠੀਕ ਹੈ, ਤਾਂ ਆਪਾਂ ਪੇਰੈਂਟਸ ਦੇ ਨਾਲ ਥੋੜ੍ਹਾ ਜਿਹਾ ਆਪਣੇ ਆਪਸ ਦੇ ਵਿੱਚ ਕਨਫਲਿਕਟ ਪੈਦਾ ਹੋ ਜਾਂਦਾ ਹੈ ਕਿ ਹਾਂ ਮੰਮਾ ਨੇ ਤੈਨੂੰ ਕੁਝ ਜ਼ਿਆਦਾ ਦਿੱਤਾ, ਮੈਨੂੰ ਘੱਟ ਦਿੱਤਾ, ਠੀਕ ਹੈ। ਤਾਂ ਇਸੇ ਤਰ੍ਹਾਂ ਨਾਲ ਜਿਹੜਾ ਆਰਗੇਨਾਈਜੇਸ਼ਨ ਦੀ ਟੌਪ ਮੈਨੇਜਮੈਂਟ ਹੋਊਗੀ ਉਹ ਇੱਥੇ ਮੰਮੀ ਪਾਪਾ ਦਾ ਕੰਮ ਕਰਨਗੇ ਔਰ ਉਹ ਫੰਡਸ ਐਲੋਕੇਟ ਕਰਨਗੇ ਅਲੱਗ-ਅਲੱਗ ਡਿਵੀਜ਼ਨਸ ਨੂੰ। ਤਾਂ ਇੱਥੇ ਜਿਹੜੇ ਹੈਗੇ ਨੇ ਕਨਫਲਿਕਟਸ ਪੈਦਾ ਹੋ ਸਕਦੇ ਨੇ। ਨੈਕਸਟ ਵਨ ਇਜ਼ ਇਨਕਰੀਜ਼ ਇਨ ਕਾਸਟਸ। ਇਹਦੇ ਨਾਲ ਕਾਸਟਸ ਇਨਕਰੀਜ਼ ਹੋਣਗੀਆਂ। ਕਿਵੇਂ? ਕਿਉਂਕਿ ਡੁਪਲੀਕੇਸ਼ਨ ਆ ਜਾਂਦੀ ਹੈ। ਹਰੇਕ ਐਕਟੀਵਿਟੀ ਦੇ ਵਿੱਚ ਆਪਾਂ ਨੇ ਕੀਤਾ, ਕਾਸਮੈਟਿਕਸ ਦੇ ਵਿੱਚ ਸੇਮ 4-5 ਐਕਟੀਵਿਟੀਜ਼ ਆ ਰਹੀਆਂ ਨੇ, ਸਕਿਨ ਕੇਅਰ ਦੇ ਵਿੱਚ ਸੇਮ ਆ ਰਹੀਆਂ, ਗਾਰਮੈਂਟਸ ਦੇ ਵਿੱਚ ਸੇਮ ਐਕਟੀਵਿਟੀਜ਼ ਆ ਰਹੀਆਂ। ਇੱਕ ਬੰਦਾ ਗਾਰਮੈਂਟਸ ਡਿਵੀਜ਼ਨ ਦੇ ਵਿੱਚ ਅਕਾਊਂਟੈਂਟ ਦਾ ਕੰਮ ਕਰ ਰਿਹਾ ਹੈਗਾ, ਇੱਕ ਜਿਹੜਾ ਸਕਿਨ ਕੇਅਰ ਦੇ ਅੰਡਰ ਸੇਮ ਕੰਮ ਕਰ ਰਿਹਾ, ਇੱਕ ਕਾਸਮੈਟਿਕਸ ਦੇ ਅੰਡਰ ਸੇਮ ਕੰਮ ਕਰ ਰਿਹਾ, ਤਾਂ ਡੁਪਲੀਕੇਸ਼ਨ ਆ ਜਾਂਦੀ ਹੈ। ਕਾਸਟਸ ਨੇ ਜਿਹੜੀਆਂ ਉਸ ਦੇ ਨਾਲ ਇਨਕਰੀਜ਼ ਹੋ ਜਾਣਗੀਆਂ। ਉਹੀ ਜੇ ਆਪਾਂ ਫੰਕਸ਼ਨਲ ਓਵੇ ਕਰੀਏ ਤਾਂ ਉਸ ਦੇ ਵਿੱਚ ਇਹ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਡੁਪਲੀਕੇਟ ਨਹੀਂ ਹੋਣਗੀਆਂ ਔਰ ਇਹ ਪ੍ਰੋਬਲਮ ਨਹੀਂ ਆਊਗੀ। ਨੈਕਸਟ ਇਜ਼ ਜਿਹੜਾ ਹੈ it provides managers with authority to supervise all activities related to particular division। ਹੁਣ ਕਹਿੰਦੇ ਨੇ ਉਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਮੈਨੇਜਿੰਗ ਡਾਇਰੈਕਟਰ ਜਿਹੜਾ ਹਿਊਮਨ ਰਿਸੋਰਸਸ ਹੈ ਉਸ ਦਾ ਜੋ ਹੈਡ ਹੋਊਗਾ, ਜੋ ਮੈਨੇਜਰ ਹੋਊਗਾ, ਜੋ ਵੀ ਉਸ ਡਿਪਾਰਟਮੈਂਟ ਨੂੰ ਲੀਡ ਕਰ ਰਿਹਾ ਹੋਊਗਾ, ਉਸਨੇ ਕੀ ਦੇਖਣਾ ਹੈ? ਸਿਰਫ ਇੱਕ ਡਿਪਾਰਟਮੈਂਟ ਨੂੰ ਦੇਖਣਾ ਹੈ। ਇਹ ਆਪਾਂ ਉਸ ਫੰਕਸ਼ਨਲ ਸਟਰਕਚਰ ਦੇ ਐਡਵਾਂਟੇਜਸ ਦੇ ਵਿੱਚ ਡਿਸਕਸ ਕੀਤਾ ਸੀਗਾ। ਬਟ ਇੱਥੇ ਕੀ ਹੈ ਕਿ ਜੇ ਆਪਾਂ ਕਾਸਮੈਟਿਕਸ ਡਿਵੀਜ਼ਨ ਦੇ ਹੈਡ ਦੀ ਗੱਲ ਕਰੀਏ ਤਾਂ ਉਹ ਪੂਰੀ ਦੀ ਪੂਰੀ ਡਿਵੀਜ਼ਨ ਨੂੰ ਜਿਹੜਾ ਹੈ ਸੁਪਰਵਾਈਜ਼ ਕਰੂਗਾ। ਉਸ ਦੇ ਵਿੱਚ ਮਾਰਕੀਟਿੰਗ ਹੈ, ਉਸ ਦੇ ਵਿੱਚ ਪ੍ਰੋਡਕਸ਼ਨ ਹੈ, ਉਸ ਦੇ ਵਿੱਚ ਜਿਹੜਾ ਹੈਗਾ ਸੇਲਸ ਨੇ, ਫਾਈਨਾਂਸ ਹੈ, ਸਾਰੀਆਂ ਐਕਟੀਵਿਟੀਜ਼ ਨੂੰ ਸੁਪਰਵਾਈਜ਼ ਕਰੂਗਾ, ਜੋ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਔਰ ਉਸ ਦੇ ਵਿੱਚ ਜਿਹੜਾ ਹੈ ਇਨਐਫੀਸ਼ੀਐਂਸੀ ਆ ਜਾਂਦੀ ਹੈ। ਤਾਂ ਇਹ ਹੋ ਗਿਆ ਡਿਸਐਡਵਾਂਟੇਜਸ ਆਫ ਡਿਵੀਜ਼ਨਲ ਸਟਰਕਚਰ। ਸਟੇਬਿਲਿਟੀ ਦੀ ਗੱਲ ਕਰੀਏ, ਆਲਰੇਡੀ ਆਪਾਂ ਜਿਹੜਾ ਹੈਗਾ ਕੰਸੈਪਟ ਦੇ ਵਿੱਚ ਗੱਲ ਕਰ ਚੁੱਕੇ ਹਾਂ। ਡਿਵੀਜ਼ਨਲ ਸਟਰਕਚਰ ਉਹਨਾਂ ਆਰਗੇਨਾਈਜੇਸ਼ਨਸ ਦੇ ਲਈ, ਉਹਨਾਂ ਬਿਜ਼ਨੈਸਿਸ ਦੇ ਲਈ ਸਟੇਬਲ ਹੈ ਜਿੱਥੇ ਲਾਰਜ ਵੈਰਾਈਟੀ ਆਫ ਪ੍ਰੋਡਕਟਸ ਆਰ ਮੈਨੂਫੈਕਚਰਡ ਯੂਜ਼ਿੰਗ ਡਿਫਰੈਂਟ ਪ੍ਰੋਡਕਟਿਵ ਰਿਸੋਰਸਸ। ਜਿੱਥੇ ਆਪਾਂ ਬਹੁਤ ਸਾਰੇ ਪ੍ਰੋਡਕਟਸ, ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਸ ਨੇ ਜਿਹੜੇ ਉਹ ਮੈਨੂਫੈਕਚਰ ਕਰ ਰਹੇ ਹੈ, ਪ੍ਰੋਡਿਊਸ ਕਰ ਰਹੇ ਹੈ, ਔਰ ਉਹਨਾਂ ਨੂੰ ਪ੍ਰੋਡਿਊਸ ਕਰਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਰਿਸੋਰਸਸ, ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਸੈਸਸ ਆਪਾਂ ਜਿਹੜੀਆਂ ਹੈਗੀਆਂ ਨੇ ਫੋਲੋ ਕਰ ਰਹੇ ਹਾਂ, ਠੀਕ ਹੈ। ਤਾਂ ਉੱਥੇ ਆਪਾਂ ਨੂੰ ਡਿਵੀਜ਼ਨਲ ਸਟਰਕਚਰ ਦੀ ਜ਼ਰੂਰਤ ਪੈਂਦੀ ਹੈਗੀ, ਠੀਕ। ਤਾਂ ਇਹ ਜਿਹੜਾ ਹੈਗਾ ਸਟੇਬਿਲਿਟੀ ਹੈ। ਤਾਂ ਨੈਕਸਟ ਜਿਹੜਾ ਹੈ ਇਹਨਾਂ ਦਾ ਆਪਾਂ ਕੰਪੈਰੀਜ਼ਨ ਥੋੜ੍ਹਾ ਡਿਸਕਸ ਕਰਦੇ ਹਾਂ। ਕੰਪੈਰੇਟਿਵ ਵਿਊ, ਫੰਕਸ਼ਨਲ ਐਂਡ ਡਿਵੀਜ਼ਨਲ ਸਟਰਕਚਰ। ਆਪਾਂ ਨੇ ਫੰਕਸ਼ਨਲ ਸਟਰਕਚਰ ਵੀ ਡਿਸਕਸ ਕੀਤਾ ਹੁਣ ਤੱਕ, ਡਿਵੀਜ਼ਨਲ ਸਟਰਕਚਰ ਹੈ ਜਿਹੜਾ ਉਹ ਵੀ ਡਿਸਕਸ ਕੀਤਾ। ਤਾਂ ਨੈਕਸਟ ਜਿਹੜਾ ਹੈ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਫਾਰਮੇਸ਼ਨ। ਫੰਕਸ਼ਨਲ ਸਟਰਕਚਰ ਦੇ ਵਿੱਚ ਆਪਾਂ ਫੰਕਸ਼ਨਸ ਦੇਖਦੇ ਹਾਂ ਕਿ ਕਿਹੜੇ ਕਿਹੜੇ ਫੰਕਸ਼ਨਸ ਨੇ, ਪ੍ਰੋਡਕਸ਼ਨ ਹੈ, ਫਾਈਨਾਂਸ ਹੈ, ਹਿਊਮਨ ਰਿਸੋਰਸਸ ਨੇ, ਇਸ ਤਰ੍ਹਾਂ ਦੇ ਅਲੱਗ-ਅਲੱਗ ਫੰਕਸ਼ਨਸ ਬਾਰੇ ਗੱਲ ਕਰਦੇ ਹਾਂ। ਡਿਵੀਜ਼ਨਸ ਦੇ ਵਿੱਚ ਆਪਾਂ ਪ੍ਰੋਡਕਟ ਲਾਈਨਸ ਦੇਖਦੇ ਹਾਂ ਕਿ ਆਪਾਂ ਕਿੰਨੇ ਤਰ੍ਹਾਂ ਦੇ ਪ੍ਰੋਡਕਟਸ ਪ੍ਰੋਡਿਊਸ ਕਰ ਰਹੇ ਹਾਂ। ਫੰਕਸ਼ਨਲ ਸਟਰਕਚਰ ਦੇ ਵਿੱਚ ਫੰਕਸ਼ਨਲ ਸਪੈਸ਼ਲਾਈਜੇਸ਼ਨ ਚਾਹੀਦੀ ਹੈ, ਇਸ ਦੇ ਵਿੱਚ ਪ੍ਰੋਡਕਟ ਸਪੈਸ਼ਲਾਈਜੇਸ਼ਨ ਚਾਹੀਦੀ ਹੈ। ਰਿਸਪੌਂਸਿਬਿਲਿਟੀ, ਜੋ ਵੀ ਡਿਪਾਰਟਮੈਂਟ ਹੈ ਉਸ ਦੀ ਰਿਸਪੌਂਸਿਬਿਲਿਟੀ ਫਿਕਸ ਹੋਊਗੀ, ਫਿਕਸ ਕਰਨੀ ਮੁਸ਼ਕਿਲ ਹੈ, ਬਟ ਡਿਵੀਜ਼ਨਲ ਦੇ ਵਿੱਚ ਰਿਸਪੌਂਸਿਬਿਲਿਟੀ ਫਿਕਸ ਕਰਨੀ ਕਾਫੀ ਈਜ਼ੀ ਹੋ ਜਾਂਦੀ ਹੈਗੀ। ਮੈਨੇਜਰੀਅਲ ਡਿਵੈਲਪਮੈਂਟ ਫੰਕਸ਼ਨਲ ਸਟਰਕਚਰ ਦੇ ਵਿੱਚ ਡਿਫਿਕਲਟ ਹੈ ਕਿਉਂਕਿ ਜਿਹੜਾ ਹੈਗਾ ਫੰਕਸ਼ਨਲ ਮੈਨੇਜਰ ਨੂੰ ਰਿਪੋਰਟ ਕਰਨਾ ਟੌਪ ਮੈਨੇਜਮੈਂਟ ਨੂੰ, ਠੀਕ ਹੈ। ਡਿਵੀਜ਼ਨਲ ਸਟਰਕਚਰ ਦੇ ਵਿੱਚ ਈਜ਼ੀਅਰ ਹੈ ਕਿਉਂਕਿ ਉਹਨਾਂ ਅਟੋਮਨੀ ਹੈ, ਉਹ ਇੰਡੀਪੈਂਡੈਂਟਲੀ ਆਪਣਾ ਕੰਮ ਕਰ ਰਹੇ ਨੇ, ਉਹਨਾਂ ਨੇ ਕਿਸੇ ਨੂੰ ਰਿਪੋਰਟ ਨਹੀਂ ਕਰਨਾ, ਤਾਂ ਉਹ ਆਪਣੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਆ। ਬਟ ਜਦੋਂ ਆਪਾਂ ਅੱਗੇ ਕਿਸੇ ਨੂੰ ਰਿਪੋਰਟ ਕਰਨਾ ਹੈ, ਅੱਗੋਂ ਆਪਾਂ ਨੂੰ ਕੋਈ ਇੰਸਟਰਕਸ਼ਨਸ ਆ ਰਹੀਆਂ ਨੇ, ਤਾਂ ਉੱਥੇ ਥੋੜ੍ਹਾ ਡਿਫਿਕਲਟ ਹੋ ਜਾਂਦਾ ਹੈਗਾ ਮੈਨੇਜ ਕਰਨਾ। ਕਾਸਟਸ ਨੇ, ਇਸ ਦੇ ਵਿੱਚ ਕੋਈ ਡੁਪਲੀਕੇਸੀ ਨਹੀਂ ਹੈ, ਤਾਂ ਇਕਨੋਮਿਕਲ ਹੈ, ਠੀਕ ਹੈ। ਕਾਸਟਸ ਜ਼ਿਆਦਾ ਨਹੀਂ ਆਉਂਦੀਆਂ, ਇਸ ਦੇ ਵਿੱਚ ਡੁਪਲੀਕੇਸ਼ਨ ਹੈ, ਆਲਰੇਡੀ ਆਪਾਂ ਗੱਲ ਕਰ ਚੁੱਕੇ ਹਾਂ, ਤਾਂ ਕਾਸਟਸ ਨੇ ਜਿਹੜੀਆਂ ਇਨਕਰੀਜ਼ ਹੋ ਜਾਂਦੀਆਂ ਨੇ। ਕੋਆਰਡੀਨੇਸ਼ਨ,
ਜਿਹੜਾ ਹੈ ਫੰਕਸ਼ਨਲ ਸਟਰਕਚਰ ਉਸ ਦੇ ਵਿੱਚ ਡਿਫਿਕਲਟ ਹੁੰਦਾ ਹੈ ਮਲਟੀ ਪ੍ਰੋਡਕਟ ਕੰਪਨੀ ਦੇ ਵਿੱਚ ਇਸ ਸਟਰਕਚਰ ਨੂੰ ਫੋਲੋ ਕਰਨਾ, ਕਿਉਂਕਿ ਆਪਾਂ ਨੇ ਇੱਥੇ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਸਕੇਲ ਹੈ ਉਹ ਲਾਰਜ ਹੈ, ਪ੍ਰੋਡਕਟ ਇੱਕੋ ਹੈ, ਠੀਕ ਹੈ। ਉੱਥੇ ਆਪਾਂ ਫੰਕਸ਼ਨਲ ਸਟਰਕਚਰ ਨੂੰ ਅਡੋਪਟ ਕਰਦੇ ਹਾਂ। ਤਾਂ ਜੇ ਮਲਟੀ ਪ੍ਰੋਡਕਟਸ ਨੇ ਤਾਂ ਉੱਥੇ ਕੀ ਸਟੇਬਲ ਹੋਊਗਾ, ਡਿਵੀਜ਼ਨਲ ਸਟਰਕਚਰ, ਠੀਕ ਹੈ। ਤਾਂ ਇਹ ਜਿਹੜਾ ਹੈਗਾ ਇਸ ਦੇ ਵਿੱਚ ਆਪਾਂ ਨੇ ਕੰਪੈਰੀਟਿਵ ਵਿਊ ਜਿਹੜਾ ਹੈ ਲੈਤਾ ਇਹਨਾਂ ਦਾ ਫੰਕਸ਼ਨਲ ਸਟਰਕਚਰ ਐਂਡ ਡਿਵੀਜ਼ਨਲ ਸਟਰਕਚਰ ਦਾ। ਤਾਂ ਜਿਹੜਾ ਹੈਗਾ ਇਹ ਆਪਣਾ ਹੋ ਗਿਆ ਅੱਜ ਦਾ ਟੌਪਿਕ। ਬਾਕੀ ਜਿਹੜਾ ਹੈ ਨੈਕਸਟ ਆਪਾਂ ਅੱਛਾ ਇਸ ਦੇ ਵਿੱਚ ਇੱਕ ਹੋਰ ਟੌਪਿਕ ਹੈ ਆਪਣਾ, ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਫਾਰਮਲ ਐਂਡ ਇਨਫਾਰਮਲ ਆਰਗੇਨਾਈਜੇਸ਼ਨਸ। ਲਾਸਟ ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਫਾਰਮਲ ਆਰਗੇਨਾਈਜੇਸ਼ਨ ਕੀ ਹੁੰਦੀ ਹੈ, ਇਨਫਾਰਮਲ ਆਰਗੇਨਾਈਜੇਸ਼ਨ ਕੀ ਹੁੰਦੀ ਹੈ। ਤਾਂ ਇਹ ਜਿਹੜਾ ਹੈਗਾ ਆਲਰੇਡੀ ਆਪਣਾ ਟੌਪਿਕ ਕਵਰ ਹੋ ਚੁੱਕੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣਾ ਜੋ ਹੈ delegation and centralization, decentralization. Okay, thank you.